ਸਤਿ ਸ਼੍ਰੀ ਅਕਾਲ ਦੋਸਤੋ। ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਰੇਡੀਓ 90.8 ਤੋਂ ਪ੍ਰੋਗਰਾਮ ਇੱਕ ਮੁਲਾਕਾਤ ਲੈ ਕੇ ਮੈਂ ਸੁਖਜੀਤ ਸਿੰਘ ਹਾਜ਼ਰ ਹਾਂ। ਪਿਛਲੇ ਕਾਫੀ ਲੰਮੇ ਸਮੇਂ ਤੋਂ ਸਾਡੇ ਸਰੋਤਿਆਂ ਦੀ ਇਹ ਮੰਗ ਸੀ ਕਿ ਪਸ਼ੂ ਪਾਲਣ ਅਤੇ ਖੇਤੀ ਦੇ ਨਾਲ ਸੰਬੰਧਿਤ ਕੋਈ ਪ੍ਰੋਗਰਾਮ ਕਰੀਏ। ਸਰੋਤਿਆਂ ਦੀ ਮੰਗ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਅੱਜ ਦਾ ਜਿਹੜਾ ਅਸੀਂ ਪ੍ਰੋਗਰਾਮ ਉਲੀਕਿਆ ਉਹ ਪਸ਼ੂ ਪਾਲਣ ਦੇ ਧੰਦੇ ਨੂੰ ਸਮਰਪਿਤ ਹੈ। ਆਉਣ ਵਾਲੇ ਸਮੇਂ 'ਚ ਅਸੀਂ ਖੇਤੀ ਦੇ ਨਾਲ ਸੰਬੰਧਿਤ ਵੀ ਪ੍ਰੋਗਰਾਮ ਕਰਾਂਗੇ। ਔਰ ਅੱਜ ਜਿਵੇਂ ਕਿ ਮੈਂ ਦੱਸ ਚੁੱਕਿਆ ਕਿ ਪਸ਼ੂ ਪਾਲਣ ਦੇ ਧੰਦੇ ਨੂੰ ਸਮਰਪਿਤ ਹੈ। ਪਸ਼ੂਆਂ ਨੂੰ ਕਿਹੜੀਆਂ ਬਿਮਾਰੀਆਂ ਲੱਗਦੀਆਂ ਨੇ, ਮੁੱਖ ਤੌਰ 'ਤੇ ਜਿਹੜੀਆਂ ਕਿਸਾਨ ਵੀਰਾਂ ਨੂੰ ਸਾਹਮਣਾ ਕਰਨਾ ਪੈਂਦਾ, ਪਸ਼ੂ ਪਾਲਕ ਵੀਰਾਂ ਨੂੰ ਸਾਹਮਣਾ ਕਰਨਾ ਪੈਂਦਾ, ਉਹਨਾਂ 'ਤੇ ਗੱਲਬਾਤ ਕਰਾਂਗੇ। ਸਾਡੇ ਕੋਲ ਪਹੁੰਚੇ ਨੇ ਜੀ ਡਾਕਟਰ ਨਰੇਸ਼ ਕੋਸ਼ੜ ਜੀ। ਡਾਕਟਰ ਨਰੇਸ਼ ਕੋਸ਼ੜ ਸੀਨੀਅਰ ਵੈਟਨਰੀ ਅਫਸਰ ਨੇ ਜਗਰਾਉਂ ਤੋਂ, ਅਤੇ ਡਾਕਟਰ ਸਾਹਿਬ ਬੱਚੇਦਾਨੀ ਦੇ ਰੋਗਾਂ ਦੇ ਮਾਹਰ ਨੇ। ਸਵਾਗਤ ਕਰਦੇ ਹਾਂ ਡਾਕਟਰ ਸਾਹਿਬ। ਧੰਨਵਾਦ ਡਾਕਟਰ ਸਾਹਿਬ, ਮੁੱਖ ਤੌਰ 'ਤੇ ਆਪਾਂ ਗੱਲ ਕਰਾਂਗੇ ਜਿਹੜੇ ਆ ਪਸ਼ੂਆਂ ਦੀ ਸਾਂਭ ਸੰਭਾਲ ਦੇ ਬਾਰੇ, ਅਤੇ ਜਿਹੜੀਆਂ ਕਿਸਾਨ ਵੀਰਾਂ ਨੂੰ, ਪਸ਼ੂ ਪਾਲਕ ਵੀਰਾਂ ਨੂੰ ਮੁੱਖ ਤੌਰ 'ਤੇ ਸਮੱਸਿਆਵਾਂ ਆਉਂਦੀਆਂ ਨੇ ਜਦੋਂ ਉਹ ਪਸ਼ੂਆਂ ਨੂੰ ਪਾਲਦੇ ਨੇ। ਤਾਂ ਇੱਕ ਵੱਡੀ ਸਮੱਸਿਆ ਖਾਸ ਕਰਕੇ ਨਾ ਅਸੀਂ ਗੱਭ ਦੇ ਨਾਲ ਸੰਬੰਧਿਤ, ਮੈਨੂੰ ਲੱਗਦਾ ਕਿ ਗੱਲ ਆਪਾਂ ਸਭ ਤੋਂ ਪਹਿਲਾਂ ਕਰ ਦਿੰਦੇ ਹਾਂ। ਠੀਕ ਹੈ ਜੀ। ਤਾਂ ਉਹਦੇ 'ਚ ਜੇਕਰ ਇਹ ਦੇਖੀਏ ਕਿ ਕੱਟੀ ਜਾਂ ਵੱਛੀ ਦੀ ਉਮਰ ਕਿੰਨੀ ਕੁ ਹੋ ਜਾਵੇ ਜਦੋਂ ਉਹਨਾਂ ਨੂੰ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਉਹ ਹੀਟਸ ਤਾਂ ਪਹਿਲਾਂ ਹੀ ਆਉਣ ਲੱਗ ਜਾਂਦੀ ਹੈ, ਲੇਕਿਨ ਘੱਟੋ ਘੱਟ ਕਿੰਨੀ ਉਮਰ ਤੋਂ ਪਿੱਛੋਂ ਸਾਨੂੰ ਜਿਹੜਾ ਉਹਨੂੰ ਗੱਭ ਦਾ ਟੀਕਾ ਲਵਾਉਣਾ ਚਾਹੀਦਾ? ਧੰਨਵਾਦ ਸਾਹਿਬ। ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਜਿੱਥੋਂ ਤੱਕ ਕੱਟੀ ਜਾਂ ਵੱਛੀ ਦੀ ਉਮਰ ਦਾ ਸਵਾਲ ਹੈ, ਤਾਂ ਇਹਦੇ ਵਿੱਚ ਅਸੀਂ ਦੋ ਚੀਜ਼ਾਂ ਲੈਂਦੇ ਹਾਂ। ਇੱਕ ਤਾਂ ਉਮਰ ਹੈ, ਇੱਕ ਉਹਦਾ ਸਰੀਰਕ ਵਿਕਾਸ ਹੈ, ਜਿਹਨੂੰ ਅਸੀਂ ਉਹਦੇ ਭਾਰ ਦੇ ਨਾਲ ਗਿਣਦੇ ਹਾਂ। ਤਾਂ ਕੱਟੀ ਜਿਹੜੀ ਹੈਗੀ ਆ, ਉਹ ਅਸੀਂ ਕਹਿੰਦੇ ਵੀ ਘੱਟ ਤੋਂ ਘੱਟ 2.5 ਸਾਲ ਜੀ ਉਮਰ ਤੇ 2.5 ਕੁਆਂਟਲ ਉਹਦਾ ਵੇਟ ਜਿਹੜਾ ਹੋਣਾ ਉਹ ਜ਼ਰੂਰੀ ਹੈਗਾ ਜੀ। ਤਾਂ ਮਿਨੀਮਮ। ਲੇਕਿਨ ਅੱਜ ਕੱਲ੍ਹ ਕੀ ਦੇਖਿਆ ਮੈਂ, ਜਿਹੜੇ ਅੱਛੇ ਫਾਰਮਰ ਹੈ ਜੀ ਉਹ 2 ਸਾਲ ਤੇ ਵੀ ਕੱਟੀ ਦਾ ਵੇਟ ਜਿਹੜਾ ਹੈਗਾ, ਭਾਰ ਹੈ, ਉਹ 2.5 ਕੁਆਂਟਲ ਕਰ ਲੈਂਦੇ ਜੀ। ਬਹੁਤ ਥੋੜੇ ਆ ਅੱਛੇ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਸ਼ੌਕ ਹੈ। ਮੈਂ ਫਿਰ ਵੀ ਕਹਿੰਦਾ ਵੀ 2 ਦੀ ਬਜਾਏ 2.5 ਦੇ ਹੀ ਆਪਾਂ ਅਗਰ ਪਹਿਲੀ ਇਨਸੈਮੀਨੇਸ਼ਨ ਜਿਹੜੀ ਆਪਾਂ ਗੱਭ ਟੀਕਾ ਲਾਉਣਾ ਹੈਗਾ ਉਹ ਸ਼ੁਰੂ ਕਰੀਏ, ਤਾਂ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਮੱਸਿਆਵਾਂ ਜਿਹੜੀਆਂ ਉਹ ਘੱਟ ਆਉਣਗੀਆਂ ਔਰ ਅੱਗੇ ਜਿਵੇਂ ਵੱਧ ਤੋਂ ਵੱਧ ਸੂਏ ਅਸੀਂ ਲੈ ਸਕਦੇ ਹੈਗੇ। ਜਿੱਥੋਂ ਤੱਕ ਵੱਛੀ ਦਾ ਸਵਾਲ ਹੈ, ਅੱਜ ਕੱਲ੍ਹ ਸਾਡੇ ਕੋਲ ਦੇਸੀ ਗਾਵਾਂ ਤਾਂ ਇੰਨੀਆਂ ਹੈ ਨਹੀਂ ਗੀਆਂ, ਅਤੇ ਜ਼ਿਆਦਾਤਰ ਜਿਹੜੀਆਂ ਹੈਗੀਆਂ ਉਹ ਕ੍ਰੋਸ ਬਰੈਡ ਅਸੀਂ ਕਹਿੰਦੇ ਹਾਂ, ਅੰਗਰੇਜ਼ੀ ਨਸਲਾਂ ਹੈਗੀਆਂ ਜਿਨ੍ਹਾਂ 'ਚ HF ਆਮ ਹੀ ਲੋਕ ਹੁਣ ਜਾਣਦੇ ਆ। ਪੂਰਾ ਨਾਮ ਹੋਲਿਸਟੀਨ ਫਰੀਸ਼ੀਅਨ ਹੈ, ਪਰ ਲੋਕੀ ਅੱਜ ਕੱਲ੍ਹ ਉਹਨੂੰ HF ਦੇ ਨਾਮ 'ਤੇ ਜਾਣਦੇ, ਡੱਬੀ ਵੱਛੀ ਵੀ ਕਹਿ ਦਿੰਦੇ ਹੈਗੇ। ਤਾਂ ਇਹ ਜਿਹੜੀਆਂ ਵੱਛੀਆਂ ਹੈਗੀਆਂ, ਜੇ ਇਹਨਾਂ ਦੀ ਸਾਂਭ ਸੰਭਾਲ ਦੇਖਭਾਲ ਸਹੀ ਹੈ, ਤਾਂ ਇਹ ਮੈਂ ਦੇਖਿਆ ਕਿ 9 ਮਹੀਨੇ 'ਤੇ ਵੀ ਹੀਟ ਵਿੱਚ ਆਉਣਾ ਸ਼ੁਰੂ ਕਰ ਦਿੰਦੀਆਂ ਜੀ। ਪਰ ਇਹਨਾਂ ਨੂੰ ਵੀ 12 ਮਹੀਨੇ ਤੋਂ ਪਹਿਲਾਂ ਕਦੇ ਵੀ ਇਨਸੈਮੀਨੇਸ਼ਨ ਨਹੀਂ ਕਰਨੀ। ਹੋ ਸਕੇ ਤਾਂ 14 ਤੋਂ 16 ਮਹੀਨੇ ਤੱਕ ਲੈ ਜਾਈਏ ਜੀ। ਇੱਥੇ ਵੀ ਫਿਰ ਦੂਜੀ ਗੱਲ ਕਿ ਭਾਰ ਇੱਥੇ ਵੀ ਇਹਨਾਂ ਦਾ 2.5 ਕੁਆਂਟਲ ਹੋਣਾ ਜਿਹੜਾ ਹੈਗਾ ਉਹ ਚਾਹੀਦਾ ਹੈਗਾ। ਸੋ 2 ਗੱਲਾਂ ਪੂਰੀਆਂ ਅਗਰ ਬਣਦੀਆਂ ਕਿ ਭਾਰ ਵੀ ਠੀਕ ਹੈ, ਉਮਰ ਵੀ ਠੀਕ ਹੈ, ਫਿਰ ਹੀ ਆਪਾਂ ਨੂੰ ਕੱਟੀ ਜਾਂ ਵੱਛੀ ਨੂੰ ਇਸ ਬੱਚੇ ਲੈਣ ਵਾਸਤੇ ਅੱਗੇ ਗਰਭ ਕਰਾਉਣਾ ਚਾਹੀਦਾ। ਜਦੋਂ ਵੱਛੀ ਦੀ ਤੁਸੀਂ ਗੱਲ ਕੀਤੀ ਹੈ ਤਾਂ ਉਹਦੇ 'ਚ ਤੁਸੀਂ ਖਾਸ ਕਰਕੇ HF ਦੀ ਗੱਲ ਕੀਤੀ ਹੈ। ਪੰਜਾਬ ਦੇ ਲੋਕ ਨੇ ਜਿਹੜੇ ਜਰਸੀ ਵੀ ਕਾਫੀ ਪਾਲਦੇ ਨੇ, ਹੈ ਨਾ? ਤਾਂ ਜਰਸੀ ਦੀ ਵੀ ਉਮਰ ਹੱਦ ਇਹੀ ਹੈ, ਉਹਦੇ ਲਈ ਵੀ ਇਹ ਪੈਰਾਮੀਟਰ ਸੇਮ ਹੀ ਹੈ ਕਿ ਭਾਰ ਦਾ ਤੇ ਉਮਰ ਦਾ? ਉਮਰ ਹੱਦ ਜਰਸੀ ਲਈ ਮੈਂ ਬਲਕਿ 1.5 ਸਾਲ ਹੀ ਕਹੂੰਗਾ ਜੀ। ਠੀਕ ਹੈ। ਤੇ ਭਾਰ ਕਿਉਂਕਿ ਉਹਦਾ ਜ਼ਿਆਦਾ ਨਹੀਂ ਹੁੰਦਾ, ਉਹਦਾ 2 ਕੁਆਂਟਲ ਵੀ ਜਿਹੜਾ ਭਾਰ ਹੈਗਾ ਉਹ ਚੱਲ ਜਾਏਗਾ। ਜਰਸੀ ਕਿਸਾਨ ਵੀਰੋ, ਜਿਹਨੂੰ ਅਸੀਂ ਕਾਲੀ ਵੱਛੀ ਜਾਂ ਕਾਲੀ ਗਾਂ ਵੀ ਕਹਿੰਦੇ, ਉਹਦੀ ਅਸੀਂ ਗੱਲ ਕਰਕੇ ਹਟੇ ਹਾਂ। ਸੋ ਡਾਕਟਰ ਸਾਹਿਬ ਨੇ ਦੱਸਿਆ ਕਿ ਕਿਸ ਉਮਰ 'ਚ ਤੇ ਕਿਸ ਭਾਰ ਹੱਦ ਤੱਕ ਅਸੀਂ ਉਹਨੂੰ ਗੱਭ ਦਾ ਟੀਕਾ ਲਵਾਉਣਾ ਆ। ਡਾਕਟਰ ਸਾਹਿਬ, ਇੱਕ ਇਹ ਗੱਲ ਬੜੀ ਲਾਜ਼ਮੀ ਹੋਰ ਹੋ ਜਾਂਦੀ ਹੈ ਕਿ ਜਦੋਂ ਹੀਟ 'ਚ ਆਉਂਦਾ ਪਸ਼ੂ, ਚਾਹੇ ਪਹਿਲੀ ਵਾਰ, ਦੂਜੀ, ਤੀਜੀ, ਚੌਥੀ ਵਾਰ, ਹੀਟ 'ਚ ਆਉਣ ਤੋਂ ਕਿੰਨੇ ਸਮੇਂ ਬਾਅਦ, 1 ਦਿਨ ਬਾਅਦ, 2 ਦਿਨ ਬਾਅਦ, ਜਾਂ ਕਿੰਨੇ ਘੰਟਿਆਂ ਦੇ ਪਿੱਛੋਂ ਸਾਨੂੰ ਉਹ ਟੀਕਾ ਲਵਾਉਣਾ ਚਾਹੀਦਾ ਹੈਗਾ? ਔਰ ਦਿਨ ਦੇ ਵਿੱਚ ਕਿਸ ਵੇਲੇ? ਇਹਦੇ ਬਾਰੇ ਵੀ ਲੋਕਾਂ ਦੀਆਂ ਵੱਖੋ ਵੱਖਰੀਆਂ ਜਿਹੜੀਆਂ ਮਨੌਤਾਂ ਹੈਗੀਆਂ ਨੇ ਕਿ ਸਵੇਰੇ ਲਵਾਓ, ਦੁਪਹਿਰੇ ਲਵਾਓ ਜਾਂ ਸ਼ਾਮੀ ਲਵਾਓ, ਹੈ ਨਾ? ਪਹਿਲਾਂ ਤੱਕ ਕਿ ਹੀਟ 'ਚ ਆਉਣ ਤੋਂ ਕਿੰਨੇ ਸਮੇਂ ਪਿੱਛੋਂ, ਅਤੇ ਫਿਰ ਦੂਜੀ ਗੱਲ ਕਿ ਜਿਹੜਾ ਹੈਗਾ ਦਿਨ 'ਚ ਕਿਸ ਸਮੇਂ ਲਵਾਉਣਾ ਚਾਹੀਦਾ? ਬਹੁਤ ਹੀ ਵਧੀਆ ਸਵਾਲ ਪੁੱਛਿਆ ਤੁਸੀਂ। ਮੇਰਾ ਖਿਆਲ ਹੈ ਇਹ ਗੱਲ ਸਹੀ ਹੈ ਕਿ ਸਾਡੇ ਬਹੁਤ ਫਾਰਮਰ ਨੂੰ ਹਜੇ ਵੀ ਇਹ ਚੀਜ਼ ਕਲੀਅਰ ਨਹੀਂ ਹੈ। ਜਿਹੜੇ ਤਾਂ
ਅਗਾਂਹ ਵਧੂ ਫਾਰਮਰ ਆ। ਦੇਖੋ ਦੋ ਤਰ੍ਹਾਂ ਦੇ ਫਾਰਮਰ ਆ ਸਾਡੇ ਪੰਜਾਬ 'ਚ ਅੱਜ ਕੱਲ੍ਹ। ਕੁਛ ਤਾਂ ਉਹ ਆ ਜਿਨ੍ਹਾਂ ਕੋਲੇ 200 400 ਜਾਨਵਰ ਹੈਗੇ ਆ, ਉਹਨਾਂ ਨੂੰ ਮੈਂ ਅਗਾਂਹ ਵਧੂ ਫਾਰਮਰ 'ਚ ਗਿਣਦਾ ਹਾਂ। ਉਹਨਾਂ ਨੂੰ ਇਹ ਨੌਲੇਜ ਆ ਚੁੱਕੀ ਹੈ, ਉਹਨਾਂ ਦਾ ਕੰਟੈਕਟ, ਉਹਨਾਂ ਦਾ ਸੰਬੰਧ ਡਾਕਟਰਾਂ ਨਾਲ, ਯੂਨੀਵਰਸਿਟੀ ਨਾਲ ਰਹਿੰਦਾ ਹੈ, ਉਹ ਇਸ 'ਤੇ ਕਾਬੂ ਪਾ ਚੁੱਕੇ ਆ। ਲੇਕਿਨ ਜਿਹੜੇ ਆਮ ਫਾਰਮਰ ਆ ਸਾਡੇ, ਜਿਨ੍ਹਾਂ ਕੋਲੇ 5-7 ਪਸ਼ੂ ਆ, ਉਹਨਾਂ ਲਈ ਇਹ ਚੀਜ਼ ਬਹੁਤ ਜ਼ਰੂਰੀ ਹੈਗੀ ਆ, ਜਿਨ੍ਹਾਂ ਦਾ ਇੱਕ ਵਾਕਈ ਸਹਾਇਕ ਧੰਦਾ ਇਹ, ਕਿ ਇਹ ਇੱਕ ਮੇਨ ਧੰਦਾ ਨਹੀਂ ਹੈਗਾ। ਉਹਨਾਂ ਲਈ ਮੈਂ ਜ਼ੋਰ ਦੇ ਕੇ ਕਹਿਣਾ ਚਾਹੂੰਗਾ ਕਿ ਕੁਝ ਚੀਜ਼ਾਂ ਉਹ ਵਾਕਈ ਧਿਆਨ ਨਾਲ ਸੁਣਨ ਵਾਲੀਆਂ। ਪਹਿਲੀ ਗੱਲ ਕਿ ਜਿਸ ਵਕਤ ਜਾਨਵਰ ਹੀਟ 'ਚ ਸਹੀ ਹੀਟ ਆ, ਉਹਦੀ ਪਹਿਚਾਣ ਕੀ ਹੈ। ਦੇਖੋ ਅੱਗੇ ਲੋਕ ਪਸ਼ੂਆਂ 'ਚ ਰਹਿੰਦੇ ਸੀ, ਪਸ਼ੂਆਂ ਨੂੰ ਸਾਂਭਦੇ ਸੀਗੇ, ਘਰ ਦੇ ਮੈਂਬਰ ਜਿਹੜੇ ਸੀ ਉਹ ਪਸ਼ੂਆਂ ਵੱਲ 24 ਘੰਟੇ ਧਿਆਨ ਰੱਖਦੇ ਸੀ ਜੀ। ਅੱਜ ਕੱਲ੍ਹ ਕੀ ਹੈ, ਸਭ ਨੇ ਇੱਕ ਦੋ ਨੌਕਰ ਰੱਖੇ ਹੋਏ ਆ ਜੀ, ਤਾਂ ਵੇਖਦੇ ਤਾਂ ਉਹ ਨੌਕਰ ਹੈ ਜੀ, ਤਾਂ ਨਾ ਤਾਂ ਉਹ ਉਹਦਾ ਟਾਈਮ ਦੇਖਦੇ ਹੈਗੇ ਆ, ਨਾ ਉਹ ਉਹਦਾ ਇਹ ਦੇਖਦੇ ਹੈਗੇ ਆ ਵੀ ਉਹ ਹੀਟ 'ਚ ਹੈਗੀ ਕਿ ਨਹੀਂ ਹੈਗੀ। ਸ਼ਾਇਦ ਉਹਨਾਂ ਨੂੰ ਇੰਨੀ ਪਤਾ ਵੀ ਨਹੀਂ ਹੈਗਾ ਵੀ ਇਹ ਹੀਟ ਕਿਵੇਂ ਆਉਂਦੀ ਹੈ ਤੇ ਕੀ ਚੀਜ਼ ਹੈ। ਉਹ ਤਾਂ 3-4 ਦਿਨਾਂ ਬਾਅਦ ਜਦੋਂ ਉਹਨਾਂ ਨੂੰ ਕੋਈ ਦਿਖਦਾ ਹੈਗਾ, ਉਦੋਂ ਦੱਸ ਦਿੰਦੇ ਆ, ਸਰਦਾਰ ਜੀ ਇਹ ਬੱਚੀ ਜੋ ਹੈ ਚੜਤੀ ਥੀ। ਜੀ, ਉਹ ਟਾਈਮ ਜਿਹੜਾ ਹੈਗਾ ਹੀਟ ਦਾ ਜਾਂ ਤਾਂ ਲੰਘ ਚੁੱਕਾ ਹੁੰਦਾ ਹੈ ਜਾਂ ਕਈ ਵਾਰ ਬਹੁਤ ਪਹਿਲਾਂ ਹੁੰਦਾ ਹੈ। ਮੈਂ ਹੁਣ ਗਾਵਾਂ ਦੀ ਗੱਲ ਕਰਨਾ, ਤੇ ਗਾਵਾਂ ਦੇ ਵਿੱਚ ਜਿਹੜਾ ਇਹ ਹੇਹਾ ਹੈਗਾ, ਹੀਟ ਹੈ, ਇਹ ਤਕਰੀਬਨ 2 ਦਿਨ ਤੋਂ ਲੈ ਕੇ ਤੇ ਅੱਜ ਕੱਲ੍ਹ 4 ਜਾਂ 5 ਦਿਨ ਵੀ ਰਹਿੰਦੀ ਹੈਗੀ ਜੀ। ਤਾਂ 2 ਦਿਨ ਦੀ ਜਿਹੜੀ ਹੀਟ ਹੈ ਉਹ ਅਸੀਂ ਕਹਿੰਦੇ ਨਾਰਮਲ ਹੀਟ ਹੈ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਜਿਹੜੀ 2 ਦਿਨ ਦੀ ਹੀਟ ਹੈ, 24 ਘੰਟੇ, ਜੇ ਅੱਜ ਹੀਟ ਸ਼ੁਰੂ ਹੋਈ ਹੈ ਤਾਂ 24 ਘੰਟੇ ਬਾਅਦ ਆਪਾਂ ਕਹਿੰਦੇ ਆ ਕਿ ਟੀਕਾ ਲਗਵਾਉਣਾ। ਪਹਿਲੀ ਗੱਲ ਤਾਂ ਇਹ ਟਾਈਮ ਦੀ ਹੈ, ਪਰ ਇਹ 24 ਘੰਟੇ ਵਾਲਾ ਟਾਈਮ ਹਰੇਕ ਤੇ ਲਾਗੂ ਨਹੀਂ ਹੋਣਾ। ਇਸ ਨੂੰ ਧਿਆਨ ਨਾਲ ਸੁਣਨ ਦੀ ਲੋੜ ਹੈ ਕਿ ਹਰੇਕ ਨੂੰ ਤੁਸੀਂ 24 ਘੰਟੇ ਬਾਅਦ ਲਵਾ ਦੋਗੇ, ਜਦੋਂ ਦੇਖਿਆ ਉਦੋਂ ਬਾਅਦ 24 ਘੰਟੇ ਲਵਾਤਾ, ਉਹ ਵੀ ਗਲਤ ਹੈ। ਪਹਿਚਾਣ ਕੀ ਹੈ, ਜਾਨਵਰ ਜੇ ਤੁਹਾਡੇ ਖੁੱਲੇ ਛੱਡੇ ਹੋਏ ਆ ਤਾਂ ਜਿਹੜੀਆਂ ਗਾਵਾਂ ਹੈਗੀਆਂ ਉਹ ਖਾਸ ਕਰ ਇੱਕ ਦੂਜੇ ਦੇ ਉੱਪਰ ਚੜ੍ਹਦੀਆਂ ਜੀ। ਜਿਹੜੀ ਗਾਂ ਕਿਸੇ ਦੂਸਰੀ ਗਾਂ ਦੇ ਉੱਪਰ ਚੜ੍ਹਦੀ ਹੈ, ਹੋ ਸਕਦਾ ਉਹ ਹੀਟ 'ਚ ਹੋਵੇ, ਹੋ ਸਕਦਾ ਉਹ ਨਾ ਹੋਵੇ ਜੀ, ਪਰ ਜਿਹੜੀ ਗਾਂ ਥੱਲੇ ਖੜੀ ਹੈ ਉਹ ਚੜ੍ਹਦੀ ਵੀ ਹੈ, ਲੇਕਿਨ ਉਹਦੇ ਤੇ ਦੂਜੇ ਪਸ਼ੂ ਵੀ ਚੜ੍ਹਦੇ ਹੈ, ਉਹ 100% ਹੀਟ ਵਿੱਚ ਹੈ ਜੀ। ਉਹਨੂੰ ਅਸੀਂ ਕਹਿੰਦੇ ਸਟੈਂਡਿੰਗ ਹੀਟ, ਯਾਨੀ ਕਿ ਜਾਨਵਰ ਖੜ ਜਾਂਦਾ ਹੈ ਤੇ ਹਿਲਦਾ ਨਹੀਂ ਜੀ। ਤਾਂ ਉਹ ਜਾਨਵਰ ਹੀਟ 'ਚ ਹੈ ਜਿਹੜੇ ਉੱਤੇ ਦੂਜੇ ਪਸ਼ੂ ਵੀ ਚੜ੍ਹਦੇ ਹੈ ਔਰ ਉਹ ਦੂਜਿਆਂ ਨੂੰ ਅਲਾਉ ਕਰਦੀ ਔਰ ਆਪ ਵੀ ਚੜ੍ਹਦੀ ਹੈ। ਦੂਜੀ ਚੀਜ਼ ਉਸ ਤੋਂ ਬਾਅਦ ਕੀ ਹੈ ਕਿ ਇਹਦੇ ਬੱਚੇਦਾਨੀ 'ਚੋਂ ਤਾਰਾਂ ਲੰਬੀਆਂ ਲੰਬੀਆਂ ਅਸਮਾਨੀ ਰੰਗ ਦੀਆਂ ਸਾਫ਼ ਤਾਰਾਂ ਆ ਰਹੀਆਂ, ਤੇ ਅਗਰ ਉਹ ਤਾਰ ਉੱਪਰ ਤੋਂ ਸੂਹ ਤੋਂ ਲੈ ਕੇ ਧਰਤੀ ਤੱਕ ਲੰਮੀ ਤਾਰ ਜਾਂਦੀ ਹੈ ਤੇ ਟੁੱਟਦੀ ਨਹੀਂ ਗੀ, ਇਹ ਵੀ ਇੱਕ ਨਿਸ਼ਾਨੀ ਆ ਸਹੀ ਹੀਟ ਦੀ। ਇਸ ਟਾਈਮ ਤੇ ਟੀਕਾ ਲਵਾਇਆ ਜਾ ਸਕਦਾ। ਇਹ ਦੂਜੀ ਚੀਜ਼ ਹੈ। ਤੀਜੀ ਚੀਜ਼, ਕਈਆਂ ਦੇ ਹੁਣ ਇਹ ਤਾਰਾਂ ਵੀ 3-3 ਦਿਨ ਆਈ ਜਾਂਦੀਆਂ ਹੈਗੀਆਂ, ਜਿਵੇਂ ਮੈਂ ਦੱਸਿਆ ਵੀ 4 ਦਿਨ ਵੀ ਹੀਟ ਰਹਿੰਦੀ ਹੈ। ਤਾਂ ਉਹਦੇ ਵਾਸਤੇ ਪਹਿਲੇ ਇਹ 'ਚ ਤੁਹਾਨੂੰ ਨਹੀਂ ਸਮਝ ਆਊਗੀ, ਤੁਸੀਂ ਤਾਂ ਜਦੋਂ ਲੰਮੀਆਂ ਤਾਰਾਂ ਦੇਖੋਗੇ ਜਾਂ ਤਾਂ ਉਦੋਂ ਲਗਵਾ ਦਿਓਗੇ, ਜਾਂ ਤੁਸੀਂ ਦੇਖੋਗੇ ਵੀ ਜਾਨਵਰ ਖੜਾ ਸੀ ਤਾਂ ਉਦੋਂ ਲਗਵਾ ਦੋਗੇ। ਤਾਂ ਜਿਨ੍ਹਾਂ ਦੇ ਵਿੱਚ 2-2, 3-3 ਦਿਨ ਇਹ ਖੜਨ ਦੀ ਪ੍ਰਵਿਰਤੀ ਆ ਚੁੱਕੀ ਹੈ, ਇਹਨੂੰ ਅੰਗਰੇਜ਼ੀ 'ਚ ਅਸੀਂ ਕਹਿੰਦੇ ਡਿਲੇਡ ਓਵੂਲੇਸ਼ਨ, ਕਿ ਉਹਦਾ ਆਂਡਾ ਬਾਹਰ ਨਹੀਂ ਆਉਂਦਾ, ਲੰਮਾ ਹੀਟ ਉਹਦੀ ਚੱਲੀ ਜਾਂਦੀ ਹੈ। ਉਹਦੀ ਫਿਰ ਪਹਿਲੇ ਹੇਹੇ ਦੇ ਵਿੱਚ ਜੇ ਆਪਾਂ ਧਿਆਨ ਨਾਲ ਦੇਖਾਂਗੇ ਵੀ ਅਸੀਂ ਲਵਾ ਵੀ ਦਿੱਤਾ ਟੀਕਾ, ਇਹ ਤਾਂ ਅਗਲੇ ਦਿਨ ਫਿਰ ਉਹੀ ਲੱਛਣ ਦਿਖਾ ਰਹੀ ਆ ਜੀ। ਤਾਂ ਕਈ ਵਾਰ ਅਸੀਂ ਗਾਵਾਂ ਨੂੰ ਅਕਸਰ ਦੂਜੇ ਦਿਨ ਵੀ ਗੱਭ ਟੀਕਾ ਰਖਵਾ ਦਿੰਦੇ ਹੈਗੇ ਜੀ। ਤੁਸੀਂ ਦੂਜੇ ਦਿਨ ਵੀ ਗੱਭ ਟੀਕਾ ਰਖਵਾਤਾ, ਜਾਨਵਰ ਤੀਜੇ ਦਿਨ ਵੀ ਉਹੀ ਨਿਸ਼ਾਨੀਆਂ ਸ਼ੋਅ ਕਰ ਰਿਹਾ, ਤਾਂ ਤੀਜੇ ਦਿਨ ਜੇ ਗੱਭ ਟੀਕਾ ਰਖਵਾਉਣੇ ਵੀ ਆ ਅਸੀਂ ਤਾਂ ਗੱਭਣ ਹੋਣ ਦੇ ਚਾਂਸ ਉਹਦੇ ਘੱਟ ਜਾਂਦੇ ਹੈਗੇ ਆ, ਕਿਉਂਕਿ ਆਂਡਾ ਜਿਹੜਾ ਹੈਗਾ ਉਹਦੀ ਉਮਰ ਵੱਧ ਜਾਂਦੀ ਹੈ ਜਿੰਨੀ ਚਾਹੀਦੀ ਹੈ, ਤਾਂ ਉਹਦੇ ਵਿੱਚ ਉਹਦੇ ਗੱਭਣ ਹੋਣ ਦੇ ਚਾਂਸ ਘੱਟ ਜਾਂਦੇ ਹੈਗੇ ਆ। ਤਾਂ ਇਹ ਤਾਂ ਸੀਗਾ ਗਾਵਾਂ ਦੀ ਹੀਟ ਬਾਰੇ। ਹੁਣ ਆਪਾਂ ਇਹ ਮੱਝਾਂ ਤੇ। ਮੱਝਾਂ ਦਾ ਇਹਨਾਂ ਨਾਲੋਂ ਕੰਮ ਬਿਲਕੁਲ ਉਲਟ ਹੈ ਜੀ। ਮੱਝਾਂ ਦੇ ਵਿੱਚ ਦੇਖੋ ਮਾਲਕ ਦੀ ਜਿਹੜੀ ਦੇਖਭਾਲ ਹੋਣਾ ਉਹ ਬਹੁਤ ਜ਼ਰੂਰੀ ਹੈ, ਔਰ ਮੈਂ ਅਕਸਰ ਕਹਿੰਦਾ ਹੁੰਦਾ ਕਿ ਜੇ ਆਪਾਂ ਨੇ ਕੋਈ ਡੇਅਰੀ ਫਾਰਮ ਚਲਾਉਣਾ, ਡੇਅਰੀ ਫਾਰਮ ਮੈਂ ਵੱਡੇ ਦੀ ਗੱਲ ਨਹੀਂ ਫਿਰ ਕਰ ਰਿਹਾ, ਮੈਂ ਛੋਟੇ ਦੀ ਕਰ ਰਿਹਾ, ਕਿ ਜਿਹਦੇ ਕੋਲ 10 ਪਸ਼ੂ ਵੀ 8 ਹੈ, ਤਾਂ ਘਰ ਦੇ ਇੱਕ ਬੰਦੇ ਦੀ ਪਰਮਾਨੈਂਟ ਡਿਊਟੀ ਚਾਹੀਦੀ ਹੈ ਕਿ ਭਾਈ ਇਹ ਜਿਹੜੇ 10 ਪਸ਼ੂ ਆ ਨਾ, ਇਹ ਤੇਰੇ ਆ, ਤੂੰ ਇਹਨਾਂ ਦਾ ਮੈਨੇਜਰ ਹੈ ਜੀ, ਤੂੰ ਭਈਏ ਤੋਂ ਕੰਮ ਕਰਾਉਣਾ, ਪਰ ਤੂੰ ਮੈਨੇਜਰ ਅਪਾਇੰਟ ਹੋ ਗਿਆ, ਤੂੰ ਮੈਨੇਜਰ ਹੈ ਇਹਨਾਂ ਦਾ ਜੀ। ਤਾਂ ਇਹਨਾਂ ਦੇ ਬਾਰੇ ਵਿੱਚ ਕਿਸੇ ਨੇ ਕੋਈ ਵੀ ਗੱਲ ਕਰਨੀ ਤਾਂ ਤੇਰੇ ਨਾਲ ਕਰੂਗਾ ਜੀ।
ਤਾਂ ਉਹਦੀ ਕੀ ਡਿਊਟੀ ਹੈ? ਉਹਦੀ ਸਭ ਤੋਂ ਵਧੀਆ ਡਿਊਟੀ ਜਿਹੜੀ ਇਹ ਹੈ ਵੀ ਭਾਈ ਬਾਕੀ ਕੰਮਾਂ ਨੂੰ ਉਹ ਤਰਜੀਹ ਘੱਟ ਦਊਗਾ, ਉਹ ਇਹਨਾਂ ਨੂੰ ਜ਼ਿਆਦਾ ਦਊਗਾ। ਤਾਂ ਸੁਬਾਹ ਉੱਠਣ ਸਾਰ ਸਾਰੇ ਪਸ਼ੂਆਂ ਦੇ ਪਿੱਛੇ ਤੇ ਨਜ਼ਰ ਮਾਰੇ ਜੀ, ਕਿਉਂਕਿ ਮੱਝਾਂ ਦੇ ਵਿੱਚ ਤੁਹਾਨੂੰ ਬਹੁਤੀਆਂ ਲੰਮੀਆਂ ਤਾਰਾਂ ਵੀ ਨਹੀਂ ਮਿਲਦੀਆਂ ਕਈ ਵਾਰ ਜੀ। ਪਹਿਲਾਂ ਪਸ਼ੂ ਬਹੁਤ ਰਿੰਗਦੇ ਸੀਗੇ, ਇਹ ਮੱਝਾਂ ਰਿੰਗਦੀਆਂ ਸੀਗੀਆਂ, ਪਤਾ ਲੱਗ ਜਾਂਦਾ ਸੀਗਾ। ਅੱਜ ਸਾਇਲੈਂਟ ਹੀਟ ਅਸੀਂ ਕਹਿੰਦੇ ਆ ਕਿ ਰਿੰਗਦੀਆਂ ਵੀ ਨਹੀਂ ਗੀਆਂ, ਲੇਕਿਨ ਹੀਟ ਵਿੱਚ ਹੁੰਦੀਆਂ। ਤਾਂ ਉਹਨਾਂ ਦੀ ਪਹਿਚਾਣ ਕੀ ਹੈ ਕਿ ਸੁਬਾਹ ਉੱਠਣ ਸਾਰ ਜਿਹੜੇ ਪਸ਼ੂ ਮੈਨੂੰ ਪਤਾ ਹੈ ਕਿ ਹੀਟ 'ਚ ਆਉਣ ਦੇ ਨੇੜੇ ਹੈ, ਜਿਹੜੇ ਸੋਇਆ ਨੂੰ ਮਹੀਨਾ 2 ਮਹੀਨਾ ਹੋ ਗਿਆ, ਤਾਂ ਉਹਨਾਂ ਦੇ ਸੂਹ ਦੇ ਮਗਰ ਨਜ਼ਰ ਮਾਰੇ। ਜੇ ਕੋਈ ਬੈਠਾ ਪਸ਼ੂ ਆ ਤਾਂ ਉੱਥੇ ਨਜ਼ਰ ਮਾਰੇ, ਥੱਲੇ ਕੋਈ ਤਾਰਾਂ ਪਈਆਂ ਹੈਗੀਆਂ। ਇਹ ਚੀਜ਼ ਦੇਖਣੀ ਬਹੁਤ ਜ਼ਰੂਰੀ ਮੱਝਾਂ ਦੇ ਵਿੱਚ। ਇਸੇ ਤਰ੍ਹਾਂ ਹੀ ਸ਼ਾਮ ਨੂੰ ਵੀ ਦੇਖਣਾ ਆਪਾਂ। ਕਈ ਮੱਝਾਂ ਦੇਖਣ 'ਚ ਆਇਆ ਰਾਤ ਨੂੰ ਹੀਟ 'ਚ ਆਉਂਦੀਆਂ, ਸਵੇਰ ਨੂੰ ਹੀਟ ਖਤਮ ਹੋ ਜਾਂਦੀ ਆ। ਤੁਸੀਂ ਸਵੇਰੇ ਟੀਕਾ ਲਾਉਣੇ ਆ, ਉਹਦਾ ਮਤਲਬ ਕਿ ਟਾਈਮ ਲੰਘ ਜਾਂਦਾ। ਤੁਸੀਂ ਯਾਨੀ ਸਵੇਰੇ ਤਾਰਾਂ ਦੇਖੀਆਂ ਮਾੜੀਆਂ ਜੀਆਂ, ਸ਼ਾਮ ਤੱਕ ਤੁਹਾਡਾ ਟੀਕਾ ਲੱਗੂਗਾ, ਉਦੋਂ ਤੱਕ ਉਹਦੀ ਹੀਟ ਜਿਹੜੀ ਆ ਉਹ ਨਿਕਲ ਜਾਂਦੀ। ਤੋ ਇਸ ਕਰਕੇ ਜੇ ਸ਼ਾਮ ਨੂੰ ਤੁਸੀਂ ਚੰਗੇ ਧਿਆਨ ਦੇ ਨਾਲ ਦੇਖਿਆ ਤੇ ਤੁਸੀਂ ਸੁਬਾਹ ਉੱਠਦੇ ਸਾਰ ਸਭ ਤੋਂ ਪਹਿਲਾ ਕੰਮ ਇਹ ਕਰੋਗੇ। ਸੋ ਇਹ ਮੱਝਾਂ ਦੇ ਵਾਸਤੇ ਹੈ। ਤਾਂ ਉਹੀ ਹੁਣ ਇਹ 'ਚ ਚੜਨ ਵਾਲਾ ਨਾ ਤਾਂ ਅਸੀਂ ਮੱਝਾਂ ਨੂੰ ਖੁੱਲੀਆਂ ਛੱਡਦੇ ਹਾਂ, ਸੋ ਇਹ 'ਚ ਗਾਂ ਵਾਲੇ ਲੱਛਣ ਆਪਾਂ ਨੂੰ ਨਹੀਂ ਮਿਲਣੇ। ਮੱਝਾਂ ਨੂੰ ਬਹੁਤ ਧਿਆਨ ਨਾਲ ਦੇਖਣਾ ਪੈਣਾ ਹੈਗਾ ਕਿ ਤਾਰਾਂ ਉਹਨਾਂ ਦੀਆਂ ਆ ਰਹੀਆਂ ਹੈਗੀਆਂ। ਮੱਝਾਂ ਵਿੱਚ ਵੀ ਅੱਜ ਕੱਲ੍ਹ ਕੁਛ ਮੱਝਾਂ 4-4, 5 ਦਿਨ ਹੀਟ 'ਚ ਰਹਿੰਦੀਆਂ। ਉਹ ਹੀਟ ਅਸੀਂ ਕਹਿੰਦੇ ਹਾਂ ਕਿ ਉਹ ਸੁਭਾਵਿਕ ਨਹੀਂ ਹੈਗੀ, ਨੋਰਮਲ ਨਹੀਂ ਹੈਗੀ, ਉਹਦੀ ਆਂਡੇਦਾਨੀ ਦੀ ਕੋਈ ਪ੍ਰੋਬਲਮ ਹੋ ਸਕਦੀ ਹੈ। ਉਹਦੇ ਲਈ ਫਿਰ ਆਪਾਂ ਨੂੰ ਡਾਕਟਰ ਨੂੰ, ਜੋ ਵੀ ਨੇੜੇ ਡਾਕਟਰ ਆ, ਉਹਦੇ ਨਾਲ ਸੰਪਰਕ ਸਥਾਪਿਤ ਕਰਨਾ ਚਾਹੀਦਾ। ਦੋਸਤੋ, ਗੱਲਬਾਤ ਨੂੰ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਤੁਸੀਂ ਬਣੇ ਰਹੋ ਜੀ ਰੇਡੀਓ 90.8 ਦੇ ਨਾਲ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕੰਠ ਕਲੇਰ ਤੇ ਤੁਸੀਂ ਸੁਣ ਰਹੇ ਹੋ 90.8 ਮੈਗਾਹਰਟਜ਼ FM ਕਮਿਊਨਿਟੀ ਰੇਡੀਓ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ। ਸਾਡੇ ਨਾਲ ਬਣੇ ਹੋਏ ਨੇ ਡਾਕਟਰ ਨਰੇਸ਼ ਕੋਸ਼ਰ ਜੀ, ਬੱਚੇਦਾਨੀ ਦੇ ਰੋਗਾਂ ਦੇ ਮਾਹਰ ਨੇ। ਪਸ਼ੂਆਂ ਦੇ ਅਸੀਂ ਗੱਲਬਾਤ ਕਰ ਰਹੇ ਸਾਂ, ਇਹਨਾਂ ਦੇ ਨਾਲ ਪਸ਼ੂ ਪਾਲਣ ਦੇ ਧੰਦੇ ਦੇ ਬਾਰੇ। ਹੁਣ ਤੱਕ ਅਸੀਂ ਗੱਲ ਕੀਤੀ ਹੈ ਕਿ ਪਸ਼ੂ ਨੂੰ ਹੀਟ 'ਚ ਆਉਣ ਤੋਂ ਪਿੱਛੋਂ ਕਿੰਨੇ ਕੁ ਦੇਰ ਤੱਕ ਜਿਹੜਾ ਟੀਕਾ ਲਗਵਾਉਣਾ ਚਾਹੀਦਾ, ਕਿਸ ਤਰੀਕੇ ਦੀ ਸਾਂਭ ਸੰਭਾਲ ਦਾ ਧਿਆਨ ਰੱਖਣਾ ਚਾਹੀਦਾ। ਡਾਕਟਰ ਸਾਹਿਬ, ਇੱਕ ਅਕਸਰ ਦੇਖਿਆ ਗਿਆ ਕਿ ਕਈ ਵਾਰੀ ਪਸ਼ੂ ਪਹਿਲੀ ਵਾਰ ਹੀਟ 'ਚ ਕਾਫੀ, ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਕਈ ਵਾਰੀ ਤਾਂ ਕੀ ਹੈ ਪ੍ਰੀ ਮੈਚਿਓਰ ਹੀ ਉਹ ਹੀਟ 'ਚ ਆਉਣ ਲੱਗ ਜਾਂਦਾ 2 ਸਾਲ ਜਾਂ ਸਾਲ 'ਚ ਹੀ। ਕਈ ਵਾਰ ਕੀ ਹੈ ਕਿ ਉਹ ਮਿੱਥੇ ਸਮੇਂ ਤੋਂ, ਜਿੰਨੇ ਸਮੇਂ 'ਚ ਉਹਨੂੰ ਹੀਟ 'ਚ ਆ ਜਾਣਾ ਚਾਹੀਦਾ ਸੀ, ਉਹ ਭਾਰ ਵੀ ਉਹਨਾਂ ਉਹਦਾ ਹੋ ਜਾਂਦਾ, ਉਹਦੀ ਉਮਰ ਵੀ ਉਨੀ ਹੋ ਜਾਂਦੀ ਹੈ, ਲੇਕਿਨ ਉਹ ਹੀਟ 'ਚ ਆਉਣਾ ਸ਼ੁਰੂ ਨਹੀਂ ਕਰਦਾ। ਇੱਕ ਗੱਲ ਇਹ ਤਾਂ ਸੀਗੀ ਜਿਹੜੇ ਪਹਿਲੀ ਵਾਰ ਜਿਨ੍ਹਾਂ ਨੇ ਹੀਟ 'ਚ ਆਉਣਾ ਸੀਗਾ, ਜਾਂ ਫਿਰ ਜਿਹੜਾ ਪਸ਼ੂ 1-2 ਵਾਰ ਸੂਹ ਚੁੱਕਿਆ, ਉਹ ਪਸ਼ੂ ਵੀ ਜਿਹੜਾ ਗਾ ਅਗਲੀ ਵਾਰ ਹੀਟ 'ਚ ਨਹੀਂ ਆ ਰਿਹਾ ਜਲਦੀ, ਤਾਂ ਉੱਥੇ ਕਿਸਾਨ ਨੂੰ ਜਿਹੜਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਤਾਂ ਇਹ ਜੋ ਤੁਸੀਂ ਗੱਲ ਕੀਤੀ ਹੈ, ਇਹਨੂੰ ਅਸੀਂ ਆਪਣੀ ਭਾਸ਼ਾ 'ਚ ਕਹਿੰਦੇ ਹਾਂ ਕਿ ਐਨਈਸਟਰਸ, ਕਿ ਜਾਨਵਰ ਹੀਟ ਵਿੱਚ ਨਹੀਂ ਆ ਰਿਹਾ। ਜਿੱਥੋਂ ਤੱਕ ਤਾਂ ਵੈੜਾਂ ਦੀ ਜਾਂ ਝੋਟੀਆਂ ਦੀ ਗੱਲ ਹੈ, ਤੁਸੀਂ ਕਹਿੰਦੇ ਵੇਟ ਵੀ ਆ ਗਿਆ ਪਰ ਉਹ ਹੀਟ 'ਚ ਨਹੀਂ ਆਈ ਜੀ। ਤਾਂ ਇਹਦੇ 'ਤੇ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈਗੀ ਆ, ਬਚਪਨ ਦੇ ਵਿੱਚ ਉਸ ਬੱਚੇ ਦੀ ਦੇਖਭਾਲ ਹੈ। ਝੋਟੀਆਂ ਵਿੱਚ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਵਹਿੜਾਂ ਵਿੱਚ ਬਹੁਤ ਘੱਟ ਆਉਂਦੀ ਹੈ ਜੀ। ਝੋਟੀਆਂ 'ਚ ਪ੍ਰੋਬਲਮ ਆਉਣ ਦਾ ਕਾਰਨ ਇਹ ਹੈ ਕਿ ਜੋ ਸਾਡੀਆਂ ਕੱਟੀਆਂ ਨੇ, ਉਹਨਾਂ ਦੀ ਦੇਖਭਾਲ ਜੋ ਛੋਟੇ ਫਾਰਮਰ ਹੈ ਜੀ, ਉਹ ਬਹੁਤੀ ਵਧੀਆ ਨਹੀਂ ਹੈਗੀ। ਤੁਸੀਂ ਸ਼ਾਇਦ ਮੇਰੇ ਨਾਲ ਸਹਿਮਤ ਹੋਵੋਗੇ। ਮੇਰਾ ਇਸ ਲਾਈਨ ਦੇ ਵਿੱਚ, ਤੁਹਾਨੂੰ ਕਿਉਂ ਲੱਗਦਾ ਵੀ ਜਿਹੜੀ ਵਧੀਆ ਨਹੀਂ ਹੈਗੀ, ਕਮੀ ਕਿੱਥੇ ਹੈ? ਮੈਂ ਦੱਸਦਾ, ਕਿਉਂਕਿ ਮੇਰਾ ਵੀ ਲੋਕਾਂ ਦੇ ਵਿੱਚ ਆਉਣ ਜਾਣ ਹੈ। ਅਕਸਰ ਦੇਖੀਦਾ ਕੱਟੀਆਂ ਦੇ ਮਾਮਲੇ ਵਿੱਚ ਕੀ ਹੈ ਕਿ ਸਾਡਾ ਸਿਸਟਮ ਕੀ ਹੈ ਕਿ ਅਸੀਂ ਕੱਟੀ ਜਾਂ ਕੱਟੇ ਤਾਂ ਵਿਚਾਰਾ ਕੱਢ ਹੀ ਦਿਓ ਨਾ ਵਿੱਚੋਂ, ਲਾਈਨ ਚੋਂ, ਉਹ ਤਾਂ ਗਿਆ ਜੀ। ਕੱਟੀ ਨੂੰ ਅਸੀਂ ਕੀ ਕਰਦੇ ਹਾਂ, ਮੱਝ ਨੂੰ ਛੱਡਦੇ ਹਾਂ ਵੀ ਮੱਝ ਪਸਮ ਗਈ ਜੀ। ਜਦੋਂ ਨੂੰ ਉਹਦੀ ਮੱਝ ਪਸਮਦੀ ਹੈ, 2-4 ਕੁਟਾਈਆਂ ਹੁੰਦੀਆਂ, ਕੱਟੀ ਨੂੰ ਖਿੱਚ ਕੇ ਪਾਸੇ ਤੇ ਦੁੱਧ ਅਸੀਂ ਆਪਦਾ ਚੋਣ ਲੱਗ ਨਹੀਂ, ਪਰ ਸਾਰੇ ਕਿਸਾਂ ਦੇ ਵਿੱਚ ਇੰਜ ਨਹੀਂ ਹੁੰਦਾ, ਸਾਰਿਆਂ 'ਚ ਨਹੀਂ ਹੁੰਦਾ। ਤਕਰੀਬਨ ਘੱਟੋ ਘੱਟ 1 ਥਣ ਜਾਂ 2 ਥਣ ਤਾਂ ਮੈਂ ਕਿਸਾਨ ਜ਼ਰੂਰ ਚੰਗਾਉਂਦੇ ਦੇਖੇ ਉੱਥੇ ਹੀ ਆ ਰਿਹਾ। ਉਹ ਸਿਆਣੇ ਬੰਦੇ ਜਿਹੜੇ ਆ ਬਾਅਦ ਵਿੱਚ 1 ਥਣ ਛੱਡ ਦਿੰਦੇ ਹੈ ਜੀ, ਠੀਕ ਹੈ ਜੀ। ਲੇਕਿਨ ਹੁਣ ਰੌਲਾ ਇਹ ਹੈ ਜੀ, ਮੇਰੀ ਮੱਝ ਦਾ ਦੁੱਧ ਤਾਂ ਹੈਗਾ 5 ਕਿਲੋ ਜੀ, ਤੇ ਕੱਟੀ ਨੂੰ ਜਿਉਂਦਾ ਰਹਿਣ ਲਈ ਚਾਹੀਦਾ 3 ਕਿਲੋ ਜੀ। ਹੁਣ ਜੇ ਮੈਂ 3 ਕਿਲੋ ਕੱਟੀ ਨੂੰ ਪਿਆਤਾ
ਤੇ ਜੀ। ਮੇਰੇ ਪੱਲੇ ਕੀ ਪਿਆ ਜੀ ਤੇ ਮੈਂ 2 ਕਿਲੋ ਦੀ ਖਾਤਰ ਤਾਂ ਮੱਝ ਰੱਖਣੀ ਨਹੀਂ ਹੈਗੀ। ਜੀ ਸੋ ਫਾਰਮਰ ਦਾ ਕਸੂਰ ਨਹੀਂ ਹੈਗਾ, ਉਹ ਵੀ ਵਿਚਾਰਾ ਜੀ, ਸੱਚਾ ਹੈ। ਜੀ ਤਾਂ ਕਰੀਏ ਕੀ ਇੱਥੇ? ਰੌਲਾ ਇਹੀ ਆ ਗਿਆ ਜੀ ਜੀ ਕਿ ਇੱਥੇ ਕੀ ਕਰੀਏ। ਇਹ ਜਿਹੜੀਆਂ ਕੱਟੀਆਂ ਹੈਗੀਆਂ, ਇਸ ਤੋਂ ਪਹਿਲਾਂ ਇੱਕ ਗੱਲ ਹੋਰ ਦੱਸਦੇ ਹਾਂ ਕਿ ਹੀਟ ਵਿੱਚ ਆਉਣ ਵਾਸਤੇ ਜਿਹੜੇ ਆਂਡੇਦਾਨੀਆਂ ਤੇ ਬਣਨੇ ਆ, ਜੋ ਆਂਡੇਦਾਨੀਆਂ ਦੀ ਗਰੋਥ ਹੋਣੀ ਆ, ਉਹ ਪਹਿਲੇ 6 ਮਹੀਨੇ 'ਚ। ਜੀ 6 ਮਹੀਨੇ ਬਾਅਦ ਸਾਹਿਬ ਜੀ ਤੁਸੀਂ ਦੇਸੀ ਘਿਓ ਮਰੇ ਦੇ ਮੂੰਹ 'ਚ ਪਾਉਣ ਵਾਲੀ ਗੱਲ ਆ, ਜਿੰਨਾ ਮਰਜ਼ੀ ਜੀ, ਪਾਈ ਜਾਇਓ, ਜੀ। ਉਹਨਾਂ ਨੂੰ ਉਹਦਾ ਫਾਇਦਾ ਆਂਡੇਦਾਨੀ ਤੇ ਨਹੀਂ ਨਹੀਂ ਹੋਣਾ ਬਾਅਦ 'ਚ ਜੀ, ਫੈਟ ਜਮਾ ਹੋਊਗੀ। ਜੀ ਠੀਕ ਹੈ ਜੀ। ਤਾਂ ਪਹਿਲੇ 6 ਮਹੀਨੇ ਜਿਹੜੇ ਹੈਗੇ ਆ, ਉਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਇਹਨਾਂ ਦੀ ਆਂਡੇਦਾਨੀ ਨੂੰ ਵਧੀਆ ਬਣਾਉਣ ਵਾਸਤੇ। ਜੀ ਤਾਂ ਉੱਥੇ ਹੁਣ ਦੁੱਧ 3 ਕਿਲੋ ਦੀ ਲੋੜ ਹੈ, ਜੀ ਆਪਾਂ ਨੇ 3 ਕਿਲੋ ਨਹੀਂ ਦਿੱਤਾ ਗਾ ਉਹਨੂੰ, ਜੀ ਫਿਰ ਕੀ ਕਰੀਏ? ਜੀ ਤਾਂ ਫਿਰ ਉਹਨੂੰ ਪੌਸ਼ਟਿਕ ਦਾਣਾ, ਜੀ ਮੈਂ ਬਾਰ-ਬਾਰ ਇਹ ਗੱਲ ਕਹੂੰਗਾ, ਮੈਂ ਅਕਸਰ ਦੇਖਿਆ ਕਿ ਲੋਕ ਕੀ ਕਰਦੇ ਆ, ਕੱਟੀ ਨੂੰ, ਇੱਕ ਤਾਂ ਵਿਚਾਰਾ ਟੋਕਰਾ ਹੁੰਦਾ ਜਿਹੜਾ ਜਮਾ ਟੁੱਟਿਆ ਹੁੰਦਾ, ਉਹ ਜੀ। ਦੇਖਣ ਨੂੰ ਵੀ ਜੀ ਨਹੀਂ ਕਰਦਾ, ਜੀ ਉਹਦੇ ਵਿੱਚ ਤੂੜੀ ਪਾਈ ਹੁੰਦੀ ਆ, ਜੀ। ਤੇ 2-4 ਸੁੱਕੇ ਜਿਹੇ ਹਰੇ ਪੱਤੇ ਜੇ ਪਏ ਹੁੰਦੇ ਆ, ਜੀ ਤੇ ਫਿਰ ਮੇਰੇ ਵਰਗੇ ਕੋਲੇ ਆਉਂਦੇ ਆ, ਡਾਕਟਰ ਸਾਹਿਬ ਸਾਡੀ ਕੱਟੀ ਪੱਠੇ ਨਹੀਂ ਖਾਣ ਲੱਗੀ। ਜੀ ਵੀ ਪੁੱਛਣ ਵਾਲਾ ਹੋਵੇ, ਤੁਹਾਡਾ ਜਵਾਕ 2 ਮਹੀਨੇ ਦਾ ਜੀ ਰੋਟੀ ਖਾਂਦਾ ਹੈਗਾ, ਜੀ ਮਾਂ ਦਾ ਦੁੱਧ ਪੀਂਦਾ। ਜੀ ਥੋੜਾ ਜਿਹਾ ਵੱਡਾ ਹੁੰਦਾ ਤੇ ਆਪਾਂ ਕੀ ਖਾਉਂਦੇ ਆ ਜੀ? ਮਾਂ ਨੂੰ ਚੂਰੀ ਬਣਾ ਕੇ ਦਿੰਦੀ ਆ, ਨਰਮ ਤੋਂ ਨਰਮ ਖਾਣਾ, ਵਧੀਆ ਤੋਂ ਵਧੀਆ, ਵੱਧ ਘਿਓ ਪਾ ਕੇ, ਤਾਂ ਹੀ ਮੇਰਾ ਪੁੱਤ ਜਵਾਨ ਹੋ। ਜੀ ਪਰ ਜੀ ਕੱਟੀ ਵੀ ਤਾਂ ਕਿਸੇ ਦੀ ਪੁੱਤ ਹੈ, ਧੀ ਹੈ, ਜੀ ਲੇਕਿਨ ਉਹਦੇ ਨਾਲ ਜਿਹੜਾ ਉਹ ਚੀਜ਼ ਹੈ ਨਾ, ਉਹ ਪਤਾ ਕੀ ਹੈ, ਉਹ ਫਾਰਮਰ ਨੂੰ ਪਤਾ ਨਹੀਂ ਉਹਦਾ ਹੈ, ਕਸੂਰ ਨਹੀਂ ਹੈਗਾ। ਮੈਂ ਨਹੀਂ ਕਹਿੰਦਾ ਉਹਦਾ ਕਸੂਰ ਆ, ਕਿਉਂਕਿ ਉਹਦੀ ਸਮਝ ਇਹ ਹੁੰਦੀ ਹੈ ਨਾ ਵੀ ਇਹਨੇ ਕਿਹੜਾ ਦੁੱਧ ਦੇਣਾ, ਇਹਨੂੰ ਹਰੇ ਪੱਠੇ ਪਾ ਦੋ, ਦਾਣਾ ਪਾਉਣ ਦੀ ਲੋੜ ਨਹੀਂ ਹੈ ਉਹ ਇਹਨੂੰ। ਗੁਰਬਾਣੀ ਜੀ ਇੱਕ ਲਾਈਨ ਨਹੀਂ ਆਉਂਦੀ, ਖੜ ਖਾਵੇ ਅੰਮ੍ਰਿਤ ਦੇ, ਉਹ ਤਾਂ ਇੱਥੇ ਹੀ ਖੁਸ਼ ਆ ਵੀ ਚੱਲ, ਇਹ ਤਾਂ ਹੁਣ ਕਹਿਤਾ ਬਾਬਾ ਜੀ ਨੇ ਵੀ ਤਾਂ ਖੜ ਖਾ ਕੇ ਹੀ ਅੰਮ੍ਰਿਤ ਦੇ ਦਿੰਦੇ ਆ। ਜੀ। ਪਰ ਨਹੀਂ, ਆਪਾਂ ਉਹਦਾ ਮਾਂ ਦਾ ਦੁੱਧ, ਉਹ ਸਾਰਾ ਉਹਦੇ ਵਾਸਤੇ ਸੀ, ਆਪਾਂ ਉਹ ਤੋਂ ਖੋਇਆ, ਆਪਾਂ ਹਿੱਸਾ ਲੈਨੇ ਆ, ਜੀ। ਤੇ ਆਪਾਂ ਉਹਦਾ ਪੂਰਤੀ ਕਰਨੀ ਪਊਗੀ। ਜੀ ਤਾਂ ਉਹਦੇ ਵਾਸਤੇ ਪੂਰਤੀ ਕੀ ਕਰਨੀ ਹੈਗੀ ਆਪਾਂ ਨੇ, ਕਿ ਉਹਨਾਂ ਨੂੰ ਵਧੀਆ ਦਾਣਾ, ਜਿਹੜਾ ਦਾਣਾ ਮਾਂ ਨੂੰ ਪਾਉਂਦੇ ਆਪਾਂ, ਜੀ ਠੀਕ ਹੈ ਜੀ, ਕਮ ਸੇ ਕਮ ਉਹ ਦਾਣਾ ਤਾਂ ਹੋਵੇ। ਲੇਕਿਨ ਜੀ। ਅੱਜ ਕੱਲ ਮਾਰਕੀਟ ਦੇ ਵਿੱਚ ਅਸੀਂ ਉਦੋਂ ਵੀ ਵਧੀਆ, ਜਿਹਨੂੰ ਆਪਾਂ ਕਹਿੰਦੇ ਕਿ ਸੌਖਾ ਹਜਮ ਹੋਣ ਵਾਲਾ ਦਾਣਾ ਹੈ ਨਾ, ਤਾਂ ਹੁਣ ਇਹ ਲੋੜ ਹੈ ਕਿ ਸਾਡੇ ਕੋਲੇ ਪਸ਼ੂ ਵੀ ਜ਼ਿਆਦਾ ਹੋ ਗਏ, ਜੀ। ਤਾਂ ਅਸੀਂ ਉਹਨਾਂ ਨੂੰ ਵਧੀਆ ਫੀਡ ਜਿਹੜੀ ਹੈ ਨਾਲ ਹਰ ਰੋਜ਼, ਮੈਂ ਤਾਂ ਇਹ ਕਹੂੰਗਾ ਕਿ ਉਹਨਾਂ ਦੀ ਇੱਕ ਖੁਰਨੀ ਹੋਵੇ। ਇੱਕ ਤਾਂ ਇਹਨੂੰ ਬੱਚਿਆਂ ਨੂੰ ਖੁੱਲੇ ਛੱਡੋ, ਜੀ ਚਾਰੇ ਪਾਸੇ ਡੰਡੇ ਲਾ ਦਿਓ, ਖੁੱਲੇ ਰਹਿਣ, ਨਾ ਗਲ ਚ ਪਾਉਣਾ ਨਾ ਲੱਤ ਚ ਪਾਉਣਾ ਕੁਛ। ਠੀਕ ਹੈ ਜੀ ਠੀਕ ਹੈ ਜੀ। ਇੱਕ ਪਾਸੇ ਖੂੰਜੇ ਵਿੱਚ ਇੱਕ ਛੋਟੀ ਜੀ ਖੁਰਨੀ ਹੋਵੇ, ਜਿਹਦੇ ਵਿੱਚ ਉਹਦੀ ਤਾਜੀ ਫੀਡ ਪਈ ਹੈਗੀ ਹੈ, ਜੀ। ਜਿੰਨੀ ਕੋ ਖਾ ਸਕਦਾ ਦਿਨ ਚ। ਜੀ ਉਹ ਵੱਧ ਨਹੀਂ ਖਾਂਦਾ, ਫਰਦਾ ਨਹੀਂ, ਬੇਫਿਕਰ ਹੋ, ਹਲਵਾਈ ਕਦੇ ਵੀ ਨਹੀਂ ਮਰਦਾ ਮਠਿਆਈ ਖਾ ਕੇ, ਜੀ ਤਾਂ ਉਹਦੇ ਕੋਲ ਪਈ ਆ, ਉਹਨੇ ਜਿੰਨੀ ਲੋੜ ਆ ਓਨੀ ਖਾਓ। ਠੀਕ ਜੀ। ਹੈ ਜੀ। ਦੂਜੇ ਪਾਸੇ ਬਿਲਕੁਲ ਹਰੇ ਤਾਜ਼ਾ ਪੱਠੇ ਵੀ ਥੋੜੇ ਜਿਹੇ ਰੱਖ ਦਿਓ। ਜੀ ਕਿਉਂ? ਕਿਉਂਕਿ ਬੱਚੇ ਦਾ ਪੇਟ ਜਿਹੜਾ ਹੈਗਾ, ਉਹ ਹਰੇ ਪੱਠੇ ਜੇ ਨਹੀਂ ਖਾਊਗਾ ਤਾਂ ਹਰੇ ਖਾਣ ਦੇ ਕਾਬਿਲ ਹੀ ਨਹੀਂ ਹੋਣਾਗਾ, ਉਹ ਵੀ ਰੱਖਣੇ ਆ। ਜੀ ਤੇ ਤੀਜੇ ਪਾਸੇ ਸਾਫ਼ ਪਾਣੀ ਵੀ ਹੋਣਾ ਚਾਹੀਦਾ, ਜੀ। ਤਾਂ ਜੋ ਉਸ ਬੱਚੇ ਨੂੰ ਜਦੋਂ ਜੀ ਕਰੇ ਉਹ ਪਾਣੀ ਪੀਵੇ, ਜਦੋਂ ਜੀ ਕਰੇ ਉਹ ਹਰਾ ਖਾ ਲਵੇ, ਜਦੋਂ ਜੀ ਕਰੇ ਉਹ। ਪਰ ਨਾ ਛੋਟੇ ਬੱਚਿਆਂ ਦੇ ਵਿੱਚ ਇਹ ਗੱਲ ਅਕਸਰ ਦੇਖੀ ਗਈ ਹੈ ਕਿ ਖਾਸ ਕਰਕੇ ਵੱਛੀਆਂ ਦੇ ਵਿੱਚ ਕਿ ਉਹ ਪਾਣੀ ਜ਼ਿਆਦਾ ਪੀ ਲੈਂਦੀਆਂ ਨੇ, ਮੁੜ ਕੇ ਲਹੂ ਮੁੱਤਰਨ ਲੱਗ ਜਾਂਦੀਆਂ ਹਾਂ, ਨੇ। ਆਪਾਂ ਗੱਲ ਹਜੇ ਉੱਥੇ- ਕੱਟੀਆਂ ਦੀ ਕੀਤੀ ਜੀ ਹੈ। ਜੀ ਬੱਚੀਆਂ ਤਾਂ ਬਹੁਤ ਸਿਆਣੀਆਂ, ਉਹ ਤਾਂ ਧੱਕੇ ਨਾਲ ਵੀ ਖਾ ਜਾਣਗੀਆਂ। ਜੀ ਸੋ ਕੱਟੀਆਂ ਵਾਸਤੇ ਇਹ ਚੀਜ਼ ਸੀਗੀ। ਤੇ ਜਿਹੜੀਆਂ ਝੋਟੀਆਂ 'ਚ ਸਭ ਤੋਂ ਵੱਧ ਪ੍ਰੋਬਲਮ ਆਉਂਦੀ, 4-4 ਸਾਲ ਦੀਆਂ ਝੋਟੀਆਂ ਹੋ ਜਾਂਦੀਆਂ, ਕਹਿੰਦੇ ਜੀ ਹੀਟ 'ਚ ਨਹੀਂ ਆਉਂਦੀਗੀ। ਜੀ ਤਾਂ ਫਿਰ ਜਦੋਂ ਡਾਕਟਰ ਨੂੰ ਚੈੱਕ ਕਰਦਾ ਅੰਦਰੋਂ, ਤਾਂ ਦੇਖੀਦਾ ਕਿ ਉਹਨਾਂ ਦੀਆਂ ਆਂਡੇਦਾਨੀਆਂ ਇੰਨੀਆਂ ਛੋਟੀਆਂ ਹੁੰਦੀਆਂ, ਜੀ। ਉਹਨਾਂ 'ਚ ਆਂਡੇ ਬਣਨਗੇ ਤਾਂ ਹੀਟ 'ਚ ਹੋਣਗੀਆਂ, ਉਹ ਸਾਈਕਲ ਨਹੀਂ ਸ਼ੁਰੂ ਹੁੰਦਾ। ਫਿਰ ਉਹਨਾਂ ਦਾ ਇਲਾਜ ਵੀ ਬਹੁਤ ਮੁਸ਼ਕਲ ਹੋ ਜਾਂਦਾ ਜੀ। ਹੈਗਾ। ਫਿਰ ਉਹ ਕਹਿੰਦੇ ਜੀ ਤਾਂ ਫੰਡਰ ਹੋ ਗਈ ਜੀ, ਕੱਟਿਆਂ ਨੂੰ ਦੇ ਦਿਓ। ਸੋ ਜੀ। ਇਹ ਮੇਰੀ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਜਿਹੜੀਆਂ ਕੱਟੀਆਂ ਹੈਗੀਆਂ, ਉਹਨਾਂ ਦੀ ਪਹਿਲੇ ਟਾਈਮ ਤੇ ਜਿੰਨਾ ਦੁੱਧ ਖੋਇਆ ਉਹਨਾਂ ਪੂਰਤੀ ਕਰੀਏ, ਜੀ ਦਾਣਾ ਦੇਣਾ ਸ਼ੁਰੂ ਕਰੋ। ਮੇਰੇ ਆਖੇ ਲੱਗੋਗੇ ਤੇ 2.5 ਸਾਲ ਦੇ ਵਿੱਚ ਜਿਹੜਾ ਸਾਨੂੰ ਚਾਹੀਦਾ 2.5 ਕੁਇੰਟਲ ਭਾਰ, ਉਹ 100% ਆਏਗਾ। ਜੀ। ਔਰ 90% ਜਿਹੜੀਆਂ ਹੈਗੀਆਂ ਉਹ ਹੀਟ 'ਚ ਸਹੀ ਟਾਈਮ ਤੇ ਆਉਣਗੀਆਂ। ਜੀ। 1-2% ਬਿਮਾਰੀਆਂ ਹੋ ਸਕਦੀਆਂ ਆਂਡੇਦਾਨੀ ਦੀਆਂ, ਉਹ ਜਮਾਂਦਰੂ ਬਿਮਾਰੀਆਂ ਹੋ ਸਕਦੀਆਂ, ਉਹ ਜੀ। ਇੱਕ ਵੱਖਰੀ ਚੀਜ਼ ਹੈ, ਪਰ ਜੀ। ਜ਼ਿਆਦਾ ਨਹੀਂ ਖਰਾਬ ਹੋਣਗੀਆਂ। ਜੀ ਠੀਕ ਹੈ ਜੀ। ਵੱਛੀਆਂ ਤਕਰੀਬਨ ਜੀ ਆ ਜਾਂਦੀਆਂ ਹੀਟ 'ਚ, ਇਹਨਾਂ ਦੀ ਬਹੁਤੀ ਪ੍ਰੋਬਲਮ ਨਹੀਂ ਆਉਂਦੀਗੀ। ਜੀ। ਵੱਛੀਆਂ ਦੀ ਨਿਊਟ੍ਰੀਸ਼ਨ ਠੀਕ ਹੈ, ਕਿਉਂਕਿ ਵੱਛੀਆਂ ਜ਼ਿਆਦਾਤਰ ਉਹ ਹੀ ਰੱਖਣ ਲੱਗਿਆ ਜਿਨ੍ਹਾਂ ਨੇ ਨਸਲ ਸੁਧਾਰ ਵੱਲ ਦਿਮਾਗ ਆ ਗਿਆ, ਜੀ। ਤਾਂ ਉਹ ਵੱਛੀਆਂ ਨੂੰ ਫੀਡ ਦਿੰਦੇ ਆ, ਜੀ ਹੈ ਨਾ। ਉਹ ਕਹਿੰਦੇ ਵੱਛੀ ਸਾਡੀ ਛੇਤੀ ਆ ਕੇ ਦੁੱਧ 30-40 ਕਿਲੋ ਦਊਗੀ, ਇਸ ਕਰਕੇ ਵੱਛੀ ਦੀ ਕੇਅਰ ਮੈਂ ਦੇਖਿਆ ਓਵਰਆਲ ਅੱਛੀ ਹੈਗੀ ਆ। ਜੀ ਹਾਂਜੀ। ਡਾਕਟਰ ਸਾਹਿਬ, ਇੱਕ ਸੈਕਸ ਸੀਮਨ ਦਾ ਪਿਛਲੇ ਸਮੇਂ ਦੇ ਵਿੱਚ ਕਾਫੀ ਸੁਣਿਆ ਗਿਆ ਕਿਸਾਨ ਵੀਰਾਂ ਦੇ ਵਿੱਚ ਕਿ ਹਾਂ ਇਹ ਜਿਹੜੇ ਟੀਕੇ ਨੇ ਇਹਨਾਂ ਦੇ ਫਾਇਦੇ ਨੇ ਕਿਸਾਨਾਂ ਨੂੰ, ਕਿਉਂਕਿ ਇਹਦੇ ਬਾਰੇ ਜ਼ਰੂਰ ਤੁਸੀਂ ਕੁਝ ਕੁ ਸ਼ਬਦਾਂ ਦੇ ਵਿੱਚ ਕਿਸਾਨ ਵੀਰਾਂ ਨੂੰ
ਸੰਖੇਪ ਦੀ ਜਾਣਕਾਰੀ ਦਿਓ। ਬਿਲਕੁਲ ਜੀ। ਵੱਛੀਆਂ ਦੇ ਵਿੱਚ ਸਾਨੂੰ ਕੀ ਪ੍ਰੋਬਲਮ ਆ ਰਹੀ ਹੈ ਵੀ ਜਦੋਂ ਗਾਵਾਂ ਦੇ ਅਸੀਂ ਬੱਚੇ ਲੈਂਦੇ ਆ ਤੇ 50% ਤਕਰੀਬਨ ਬੱਚੇ ਜਿਹੜੇ ਆ ਉਹ ਵੱਛੇ ਆਉਂਦੇ ਹੈਗੇ ਜੀ। 50% ਵੱਛੀਆਂ ਪੰਜਾਬ ਹੁਣ ਜੀ। ਵੱਛਿਆਂ ਨੂੰ ਕਿੱਥੇ ਸਿੱਟੀਏ? ਜੀ। ਸਭ ਤੋਂ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਦੀ ਖਾਸ ਕਰ ਸਾਡੇ ਹਿੰਦੁਸਤਾਨ ਦੀ ਇਹੀ ਹੈ ਕਿ ਵੱਛਿਆਂ ਨੂੰ ਕਿੱਥੇ ਲਿਜਾਈਏ। ਜੀ। ਨਾ ਤਾਂ ਅਸੀਂ ਹੁਣ ਉਹਨਾਂ ਨੂੰ ਖੇਤ ਵਿੱਚ ਵਰਤਣਾ, ਜੀ। ਨਾ ਕਿਤੇ ਹੋਰ ਸਿੱਟ ਸਕਦੇ ਹਾਂ। ਉਹ ਇੱਕ ਬਹੁਤ ਜੀ। ਵੱਡੀ ਸਿਰਦਰਦੀ ਬਣੀ ਹੋਈ ਹੈ ਸਾਡੇ ਵਾਸਤੇ। ਜੀ। ਉਸ ਸਿਰਦਰਦੀ ਤੋਂ ਨਿਜਾਤ ਪਾਉਣ ਦੇ ਲਈ ਸਰਕਾਰ ਨੇ ਇੱਕ ਕੋਸ਼ਿਸ਼ ਕੀਤੀ ਹੈਗੀ ਹੈ। ਪਸ਼ੂ ਪਾਲਣ ਵਿਭਾਗ ਪੰਜਾਬ ਨੇ ਬਕਾਇਦਾ ਇਹ ਟੀਕੇ ਮੁਹੱਈਆ ਕਰਾਏ ਹੈ ਜੀ। ਹਸਪਤਾਲਾਂ ਦੇ ਵਿੱਚ। ਜੀ। ਪਹਿਲਾਂ ਇਹ 700 ਦਾ ਸੀ, ਹੁਣ ਇਹ 1000 ਰੁਪਏ ਦੀ ਕੀਮਤ ਹੈਗੀ ਆ ਜੀ। ਹਸਪਤਾਲ ਦੇ ਵਿੱਚ ਇਸ ਜੀ। ਟੀਕੇ ਦੀ, ਜਿਹਦੇ ਵਿੱਚ ਅਸੀਂ ਇਹ ਕਹਿੰਦੇ ਆ ਕਿ ਅਗਰ ਇਹ ਟੀਕਾ ਲਵਾਇਆ ਜਾਵੇ ਤਾਂ ਤਕਰੀਬਨ ਵੱਛੀਆਂ ਹੀ ਪੈਦਾ ਹੋਣਗੀਆਂ। ਇਸ ਗੱਲ ਨੂੰ ਨੋਟ ਕਰੋ, ਮੈਂ ਲਫ਼ਜ਼ ਵਰਤਿਆ ਤਕਰੀਬਨ ਵੱਛੀਆਂ ਹੀ ਪੈਦਾ ਹੋਣਗੀਆਂ। ਉਹਦੇ ਵਿੱਚ 80% ਦੇ ਕਰੀਬ ਵੱਛੀਆਂ ਪੈਦਾ ਹੋਣਗੀਆਂ। ਯਾਨੀ ਜੇ 100 ਗਾਵਾਂ ਨੂੰ ਮੈਂ ਟੀਕਾ ਲਾਉਣਾ ਤਾਂ 80 ਵੱਛੀਆਂ ਹੋਣਗੀਆਂ। ਤਕਰੀਬਨ 20 ਵੱਛੇ ਵੀ ਹੋ ਸਕਦੇ ਆ। ਤੇ ਕੋਈ ਮੇਰਾ ਭਰਾ ਐਂ ਨਾ ਸੋਚੇ ਵੀ ਜਿਹਦੇ 2 ਨੂੰ ਲਵਾਇਆ ਸੀ ਤੇ 2 ਨੂੰ ਬੱਚੇ ਹੋ ਗਏ, ਉਹ ਚੀਕਾਂ ਮਾਰੇ ਵੀ ਆ 2 ਨੂੰ ਬੱਚੇ ਹੋ ਗਏ, ਮੈਂ ਕੀ ਕਰਾਂ ਜੀ। ਤਾਂ ਇਹ ਹੁਣ ਉਹਦੀ ਕਿਸਮਤ ਆ ਬਈ ਜੋ ਬੱਚੇ ਕਿਹਦੇ ਕੋਲੇ ਆਉਣੇ ਆ। ਕਿਉਂਕਿ ਇਹ ਅਸੀਂ ਵੀਰਸ ਨੂੰ ਅਲੱਗ ਕਰਦੇ ਹਾਂ ਇੱਕ ਮਸ਼ੀਨ ਦੇ ਰਾਹੀਂ, ਜਿਹਦੇ ਵਿੱਚ ਐਕਸ ਕ੍ਰੋਮੋਸੋਮ ਤੇ ਵਾਈ ਕ੍ਰੋਮੋਸੋਮ। ਇਹ ਹੁਣ ਅੱਜ ਕੱਲ੍ਹ ਸਾਰੇ ਜਾਣਦੇ ਆ। ਐਕਸ ਜਿਹੜਾ ਹੈਗਾ ਉਹ ਫੀਮੇਲ ਪੈਦਾ ਕਰਦਾ, ਵਾਈ ਮੇਲ ਪੈਦਾ ਕਰਦਾ। ਤਾਂ ਉਹ ਕੋਈ ਫੂਲ ਪ੍ਰੂਫ ਸਿਸਟਮ ਤਾਂ ਹੈ ਨਹੀਂਗਾ ਕਿ ਚੁਣ ਚੁਣ ਕੇ ਕੱਢਣੇ ਆ। ਉਹ ਫਲੋ ਸਾਈਟੋਮੈਟਰੀ ਸਿਸਟਮ ਆ ਜਿਹਦੇ ਵਿੱਚ ਥੋੜੇ ਬਹੁਤ ਵਾਈ ਵੀ ਆ ਜਾਂਦੇ ਆ। ਤੇ ਜੋ ਵਾਈ ਜੇ ਬਦਮਾਸ਼ ਜ਼ਿਆਦਾ ਪਾਵਰਫੁਲ ਆ ਬਈ ਉਹ ਆਪਦਾ ਕੰਮ ਕਰ ਜਾਂਦੇ ਆ। ਤਾਂ ਇਸ ਕਰਕੇ ਪਰ ਚਾਂਸਸ ਜ਼ਿਆਦਾ ਜਿਹੜੇ ਹੈਗੇ 80% ਫੀਮੇਲ ਹੁੰਦੀਆਂ, ਲੇਕਿਨ 20% ਮੇਲ ਲਈ ਵੀ ਤਿਆਰ ਰਹੋ। ਪਰ ਫਿਰ ਵੀ ਇਹ ਇੱਕ ਅੱਛਾ ਢੰਗ ਹੈਗਾ, ਅੱਛਾ ਸਿਸਟਮ ਹੈ ਜਿਹਦੇ ਨਾਲ ਅਸੀਂ ਵੱਛਿਆਂ ਤੋਂ ਨਿਜਾਤ ਪਾ ਸਕਦੇ ਹਾਂ। ਸੋ ਇਹਦੇ ਲਈ ਕਿਸਾਨ ਵੀਰ ਜਿਹੜੇ ਨੇ ਉਹ ਜਿਹੜੇ ਸਰਕਾਰੀ ਡਾਕਟਰ ਨੇ ਉਹਨਾਂ ਦੇ ਨਾਲ ਸੰਪਰਕ ਕਰਨ। ਬਾਹਰੋਂ ਇਹ ਟੀਕੇ ਮਹਿੰਗੇ ਵੀ ਹੋ ਸਕਦੇ ਆ, ਗਲਤ ਵੀ ਹੋ ਸਕਦੇ ਆ। ਕਮ ਸੇ ਕਮ ਮੈਂ ਇਹ ਫਿਰ ਕਿਸਾਨ ਵੀਰਾਂ ਨੂੰ ਇੱਕ ਦੁਬਾਰਾ ਅਪੀਲ ਕਰਨੀ ਚਾਹੁੰਦਾ, ਗੱਭ ਦੇ ਟੀਕੇ ਸਿਰਫ ਤੇ ਸਿਰਫ ਸਰਕਾਰੀ ਹਸਪਤਾਲ ਦੇ ਡਾਕਟਰ ਤੋਂ ਹੀ ਲਵਾਓ। ਕਿਉਂਕਿ ਇਹ ਟੀਕੇ ਜਿਹੜੇ ਹੈਗੇ ਆ ਇਹ ਅਪਰੂਵਡ ਹੈ। ਇਹ ਪੱਕਾ ਕਿ ਇਹਨਾਂ 'ਚ ਕੋਈ ਨੁਕਸ ਨਹੀਂ, ਕੋਈ ਨੁਕਸਾਨ ਨਹੀਂ। ਇਹਨਾਂ ਦਾ ਦੁੱਧ ਕਿੰਨਾ ਉਹ ਸਾਰਾ ਕੁਝ ਸਾਡਾ ਪਹਿਲਾਂ ਇੱਥੇ ਤਜਰਬੇ ਕਰਕੇ ਫਿਰ ਇਹ ਟੀਕੇ ਦਿੱਤੇ ਜਾਂਦੇ ਹੈਗੇ ਆ। ਬਾਹਰੋਂ ਟੀਕੇ ਮਿਲਦੇ ਸਸਤੇ ਵੀ ਹੈਗੇ ਆ। ਲੋਕ 10-10 20-20 ਰੁਪਏ ਦੇ ਟੀਕੇ ਲੈ ਕੇ ਬਾਹਰੋਂ ਕੋਈ ਲੋਕ ਲਾਈ ਜਾਂਦੇ ਆ, ਜਿਹੜੇ ਕਿ ਸ਼ਾਇਦ ਬਹੁਤੇ ਵਧੀਆ ਇਨਸੈਮੀਨੇਟਰ ਵੀ ਨਹੀਂ ਹੈਗੇ ਜੀ। ਉਹਨਾਂ ਤੋਂ ਬਚੋ। ਟੀਕਾ ਸਰਕਾਰੀ ਹੋਵੇ, ਸਰਕਾਰ ਦੇ ਹਸਪਤਾਲ 'ਚ ਜਾਓ, ਉਦੋਂ ਪੁੱਛ ਲਓ ਤੇ ਟੀਕਾ ਇਹੀ ਲਵਾਓ। ਮੇਰੀ ਅਪੀਲ ਹੈ ਜੇ ਆਪਾਂ ਨਸਲ ਸੁਧਾਰ ਕਰਨੀ ਤੇ ਸਰਕਾਰੀ ਟੀਕਾ ਹੀ ਲਵਾਓ ਜੀ। ਦੋਸਤੋ, ਗੱਲਬਾਤ ਦਾ ਸਿਲਸਿਲਾ ਇਸੇ ਤਰੀਕੇ ਜਾਰੀ ਰੱਖਾਂਗੇ। ਲੈਣੇ ਆ ਜੀ ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ ਆ ਜੀ। ਖਾਵਾਂ ਮੈਂ ਕਸਮ ਤੇਰੀ ਸੋਹਣਿਆ, ਤੇਰੇ ਬਿਨਾਂ ਜੀਣ ਬਾਰੇ ਸੋਚਿਆ ਨਹੀਂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਮਾਸ਼ਾ ਅਲੀ ਔਰ ਤੁਸੀਂ ਸੁਣ ਰਹੇ ਹੋ 90.8 FM ਕਮਿਊਨਿਟੀ ਰੇਡੀਓ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ ਸਭ ਦਾ। ਸਾਡੇ ਨਾਲ ਬਣੇ ਹੋਏ ਨੇ ਡਾਕਟਰ ਨਰੇਸ਼ ਕੋਸ਼ਰ ਜੀ, ਸੀਨੀਅਰ ਵੈਟਨਰੀ ਅਫਸਰ ਨੇ ਔਰ ਬੱਚੇਦਾਨੀ ਦੇ ਰੋਗਾਂ ਦੇ ਮਾਹਿਰ ਨੇ। ਅਸੀਂ ਗੱਲਬਾਤ ਕਰ ਰਹੇ ਸਾਂ ਪਸ਼ੂਆਂ ਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਔਰ ਗੱਭ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੀ ਅਸੀਂ ਗੱਲ ਕਰ ਰਹੇ ਸਾਂ। ਡਾਕਟਰ ਸਾਹਿਬ, ਆਪਾਂ ਕਈ ਗੱਲਾਂ ਕੀਤੀਆਂ ਨੇ। ਇਹਦੇ 'ਚ ਨਾ ਇੱਕ ਸਮੱਸਿਆ ਜਿਹੜੀ ਵਾਰ-ਵਾਰ ਪਸ਼ੂ ਦੇ ਹੀਟ 'ਚ ਆਉਂਦੀ, ਜਿਹਨੂੰ ਅਸੀਂ ਰਿਪੀਟ ਮਾਰਨਾ ਕਹਿੰਦੇ ਹਾਂ, ਤਾਂ ਪਸ਼ੂ ਵਾਰ-ਵਾਰ ਹੀਟ 'ਚ ਆਉਂਦਾ, ਉਹਦੇ ਕਾਰਨ ਕੀ ਨੇ ਤੇ ਉਹਦਾ ਹੱਲ ਕੀ ਹੋਵੇ, ਇਹ ਜ਼ਰੂਰ ਦੱਸਿਓ ਜੀ। ਦੇਖੋ, ਰਿਪੀਟ ਬਰੀਡਿੰਗ, ਬਾਰ-ਬਾਰ ਪਸ਼ੂ ਦਾ ਹੀਟ ਵਿੱਚ ਆਉਣਾ, ਟੀਕਾ ਲਵਾਉਣ ਦੇ ਬਾਵਜੂਦ ਨਾ ਗੱਭ ਠਹਿਰਨਾ, ਇਹ ਇੱਕ ਕਾਫੀ ਵੱਡੀ ਸਮੱਸਿਆ ਹੈਗੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ। ਇਹਦੇ ਕਾਰਨ ਜਿਹੜੇ ਹੈਗੇ ਆ ਉਹ ਬਹੁਤ ਆ। ਵੈਸੇ ਤਾਂ ਆਪਾਂ ਇਸ ਰਿਪੀਟ ਬਰੀਡਿੰਗ ਤੇ ਹੀ ਸਾਰਾ ਦਿਨ ਬੋਲ ਸਕਦੇ ਹਾਂ, ਪਰ ਆਪਾਂ ਆਪਣੇ ਕਿਸਾਨ ਵੀਰਾਂ ਨੂੰ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਥੋੜ੍ਹੀਆਂ ਜਿਹੀਆਂ ਗੱਲਾਂ 2-4 ਦੱਸੂਗਾ ਜੋ ਕਿਸਾਨ ਵੀਰ ਹੱਲ ਕਰ ਸਕਦੇ। ਸਭ ਤੋਂ ਪਹਿਲੀ ਗੱਲ ਤਾਂ ਇਹ ਤਾਂ ਦੋਸਤੋ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਨਿਊਟ੍ਰੀਸ਼ਨ ਹੈ ਨਾ, ਜਿਹੜੀ ਖੁਰਾਕ ਹੈ ਜੀ, ਸਭ ਤੋਂ ਵੱਡਾ ਕਾਰਨ ਰਿਪੀਟ ਬਰੀਡਿੰਗ ਦਾ ਖੁਰਾਕੀ ਤੱਤਾਂ ਦੀ ਕਮੀ ਜੀ।
ਤੋ ਇਹ ਚੀਜ਼ਾਂ ਆਮ ਤੌਰ ਤੇ ਲੋਕ ਸਮਝਦੇ ਬੱਚੇਦਾਨੀ ਖਰਾਬ ਹੋ ਗਈ ਜੀ, ਇਹਦੇ ਚ ਆ ਹੋ ਗਿਆ। ਨਹੀਂ, ਪਹਿਲਾ ਮੇਜਰ ਜਿਹੜਾ ਕਾਜ਼ ਆ ਉਹ ਜੇ ਖੁਰਾਕੀ ਤੱਤ ਪੂਰੇ ਆ, ਖਾਸ ਕਰ ਗਾਵਾਂ ਦੀ ਗੱਲ ਜੇ ਕਰੀਏ, ਇਹ ਗਾਵਾਂ ਵੱਧ ਦੁੱਧ ਦਿੰਦੀਆਂ ਹੈ, ਤਾਂ ਵੱਧ ਦੁੱਧ ਕਿੱਥੋਂ ਆਉਣਾ? ਸਰੀਰ ਚੋਂ ਹੀ ਆਉਣਾ ਨਾ। ਤਾਂ ਜੋ ਕੁਝ ਦੁੱਧ ਦੇ ਵਿੱਚ ਹੈ ਉਹ ਸਾਰਾ ਕੁਝ ਸਰੀਰ ਚੋਂ ਆਉਣਾ, ਤੇ ਜੋ ਘਟੂਗਾ ਉਹਦੀ ਪੂਰਤੀ ਵੀ ਕਰਨੀ ਆ। ਤਾਂ ਗਾਵਾਂ ਵਾਸਤੇ ਤਾਂ ਮੈਂ ਇਹ ਵੀ ਕਹਿੰਦਾ ਕਿ ਜਿਹਨੇ ਫੀਡ ਲੈਣੀ ਆ, ਜਾਂ ਤਾਂ ਉਹ ਸਾਡੇ ਡਾਕਟਰ ਦੇ ਨਾਲ ਬੈਠ ਕੇ ਸਲਾਹ ਕਰਕੇ, ਜਾਂ ਫਿਰ ਸਾਡੀ ਯੂਨੀਵਰਸਿਟੀ ਗੜਵਾਸੂ ਹੈਗੀ ਆ, ਇੱਥੇ ਨਿਊਟ੍ਰੀਸ਼ਨ ਦੇ ਵਿੱਚ ਵੱਖਰੇ ਪ੍ਰੋਫੈਸਰ ਬੈਠੇ ਆ, ਉਹਨਾਂ ਨਾਲ ਸਲਾਹ ਕਰਕੇ ਫੀਡ ਬਣਾਓ, ਤਾਂ ਜੋ ਇਸ ਸਮੱਸਿਆ ਤੋਂ ਆਪਾਂ ਨੂੰ ਇੱਕ ਮੋਟਾ ਜਿਹਾ ਫਾਰਮੂਲਾ ਦੱਸ ਦਿਓਗੇ ਕਿ ਕਿਹੜੀ ਕਿਹੜੀ ਚੀਜ਼ ਜਿਹੜੀ ਉਹਨਾਂ ਨੂੰ ਪਾਉਣੀ ਚਾਹੀਦੀ ਹੈ? ਇਹ ਨੋਟ ਕਰ ਲੈਣ ਜਿਹੜੇ ਵੀਰ ਸੁਣ ਰਹੇ ਨੇ। ਡਾਕਟਰ ਸਾਹਿਬ ਪਲੀਜ਼ ਫਾਰਮੂਲਾ ਦੱਸੋ। ਹਾਂਜੀ, ਦੇਖੋ ਇੱਕ ਮੋਟਾ ਜਿਹਾ ਫਾਰਮੂਲਾ ਫੀਡ ਦਾ, ਉਹਦੇ ਵਿੱਚ ਇਹ ਹੈ ਕਿ 40% ਜਿਹੜੀ ਹੈਗੀ ਆ ਉਹ ਖਲ ਚਾਹੀਦੀ ਹੈ। ਖਲ ਦਾ ਮਤਲਬ ਆ ਪ੍ਰੋਟੀਨ ਸੋਰਸ ਆ, ਸਾਨੂੰ ਜਿਉਂਦੇ ਰਹਿਣ ਨੂੰ ਪ੍ਰੋਟੀਨ ਚਾਹੀਦੀ ਹੈਗੀ ਆ। ਪ੍ਰੋਟੀਨ ਜਿਹੜੀ ਆ ਸਾਡੇ ਮਸਲ ਨੂੰ ਬਣਾਉਂਦੀ ਆ, ਹੋਰ ਬਹੁਤ ਚੀਜ਼ਾਂ ਨੂੰ ਬਣਾਉਂਦੀ ਆ, ਸਰੀਰ ਦੀ ਗਰੋਥ ਕਰਦੀ ਆ। ਤਾਂ 40% ਖਲ, ਯਾਨੀ ਕਿ 40 ਹਿੱਸੇ ਕੁਆਂਟਲ ਮਗਰ, 60 ਹਿੱਸੇ ਅਨਾਜ। ਇੱਕ ਮੋਟਾ ਜਿਹਾ ਫਾਰਮੂਲਾ, 40 ਹਿੱਸੇ ਖਲ ਤੇ 60 ਹਿੱਸੇ ਅਨਾਜ। ਹੁਣ ਖਲ ਕੀ ਹੈ? ਖਲ ਦੇ ਵਿੱਚ ਤੁਹਾਡੀ ਮੂੰਗਫਲੀ ਦੀ ਖਲ ਵੀ ਆ ਗਈ, ਤੁਹਾਡੀ ਆਪਣੀ ਵੜੇਵਿਆਂ ਦੀ ਖਲ ਵੀ ਆ ਗਈ, ਸਰੋਂ ਦੀ ਖਲ ਵੀ ਆ ਗਈ। ਮੈਂ ਕਹੂੰਗਾ ਵੜੇਵਿਆਂ ਦੀ ਖਲ ਜ਼ਰੂਰ ਥੋੜੀ ਬਹੁਤ ਵਰਤੋਂ ਵਿੱਚ, ਕਿਉਂਕਿ ਇਹ 'ਚ ਬਾਈਪਾਸ ਫੈਟ ਹੁੰਦੀ ਹੈ, ਯਾਨੀ ਕਿ ਫੈਟ ਸਿੱਧੀ ਦੀ ਸਿੱਧੀ ਬੋਡੀ ਨੂੰ ਮਿਲ ਜਾਂਦੀ ਹੈ। ਬਾਕੀ ਫੈਟ ਜਿਹੜੀਆਂ ਉਹਦੇ ਵਿੱਚ ਦੁਬਾਰਾ ਬਣਦੀਆਂ ਹੈਗੀਆਂ ਪੇਟ ਦੇ ਵਿੱਚ। ਉਸ ਤੋਂ ਬਾਅਦ ਅੱਗੇ ਜਿਹੜੇ ਆਪਾਂ ਕਹਿੰਦੇ ਅਨਾਜ, ਅਨਾਜਾਂ ਦੇ ਵਿੱਚ ਕੀ ਹੈਗਾ? ਕਣਕ ਹੈ, ਜੌਂ ਹੈ, ਜਮੀ ਹੈ, ਮੱਕੀ ਹੈ। ਸੋ ਇਹ ਜਿਹੜੇ ਵੀ ਦਾਣੇ ਹੈਗੇ ਆ, ਬਾਜਰਾ ਹੈ, ਜਵਾਰ ਹੈ, ਈਵਨ ਚੌਲਾਂ ਦੀ ਕਣੀ ਵੀ ਲੋਕ ਪਾਉਂਦੇ ਆ ਜੀ। ਠੀਕ ਹੈ, ਬਲਕਿ ਜੇ 10 ਕਿਲੋ ਚੌਲਾਂ ਦੀ ਕਣੀ ਪਾਉਂਦੇ ਆ, ਮੈਂ ਤਾਂ ਇਹ ਕਹੂੰਗਾ ਕਿ 10 ਕਿਲੋ ਚੌਲਾਂ ਦੀ ਉਧਰੋਂ ਖਲ ਚਾਹੇ 10 ਕਿਲੋ ਘਟਾ ਲਓ, ਉਹ ਬਰਾਬਰ ਕੁਛ ਤੇਲ ਵੀ ਹੁੰਦਾ ਹੈਗਾ, ਉਹ ਬਰਾਬਰ ਆ ਜਾਂਦੀ ਹੈ। ਸੋ ਮੋਟਾ ਜਿਹਾ 60-40 ਦੀ ਰੇਸ਼ਿਓ ਹੈ ਇਸ ਜਾਨਵਰਾਂ ਦੀ ਸਿਹਤ ਨੂੰ ਬਣਾਈ ਰੱਖਣ ਲਈ। ਉਹਦੇ ਲਈ 2 ਕਿਲੋ ਮਿਨਰਲ ਮਿਕਸਚਰ, 1 ਕੁਆਂਟਲ ਮਗਰ, ਤੇ ਕਿਲੋ ਲੂਣ ਇਹ ਵਿੱਚ ਜ਼ਰੂਰ ਚਾਹੀਦਾ ਹੈਗਾ। ਇੱਕ ਨਾ DOC ਬੜਾ ਸੁਣਿਆ ਸੀ ਕਿ ਲੋਕ DOC ਪਾਉਂਦੇ ਨੇ, ਚੰਗਾ ਪਾਉਣਾ ਕਿ ਮਾੜਾ ਨਹੀਂ ਪਾਉਣਾ ਚਾਹੀਦਾ? ਦੇਖੋ DOC ਕੀ ਹੈ? ਛਿਲਕਾ ਹੀ ਹੈ ਵਿਚਾਰਾ, ਉਹਦੇ ਚੋਂ ਸਾਰਾ ਕੁਝ ਤਾਂ ਕੱਢ ਲਿਆ। ਠੀਕ ਹੈ ਜੀ, ਠੀਕ ਹੈ ਨਾ। ਜਦੋਂ ਗ੍ਰੇਨਸ ਨੂੰ ਕੱਢਤਾ ਉਹ ਚੋਂ ਸਾਰਾ ਕੁਝ, ਉਹ ਦੈਟ ਇਜ਼ DOC। ਉਹਦੇ ਵਿੱਚ ਆਇਲ ਜਿਹੜਾ ਉਹ ਨਿਕਲ ਚੁੱਕਾ, ਸਭ ਕੁਝ ਹੋ ਗਿਆ। ਤਾਂ ਉਹ ਜਿਵੇਂ ਸੂੜੀ ਪਾਉਂਦੇ ਆਪਾਂ, ਉਹ ਸੂੜੀ ਦਾ ਹੀ ਕੰਮ ਆ। 10% ਪਾਇਆ ਜਾ ਸਕਦਾ ਹੈਗਾ ਜੀ, ਜ਼ਿਆਦਾ ਨਹੀਂ ਜੀ। ਹਾਂਜੀ, ਫਿਰ ਉਹ 10% ਦਾਣਾ ਘਟਾ ਲਾਂਗੇ ਆਪਾਂ, ਉਹ 'ਚ ਕੁਛ ਨਾ ਕੁਛ ਗ੍ਰੇਨ ਆ ਹੀ ਜਾਂਦਾ ਹੈਗਾ। ਤੁਸੀਂ ਇੱਕ ਸਮੱਸਿਆ ਦੀ ਗੱਲ ਤਾਂ ਕਰ ਦਿੱਤੀ ਕਿ ਨਿਊਟ੍ਰੀਸ਼ਨ ਦੇ ਕਰਕੇ ਜਿਹੜਾ ਪਸ਼ੂ ਉਹ ਰਿਪੀਟ ਮਾਰਦਾ, ਇਹ ਇੱਕ ਕਾਰਨ ਹੈ। ਇਸ ਤੋਂ ਇਲਾਵਾ ਹੋਰ ਕਾਰਨ ਬੜੇ ਸੰਖੇਪ 'ਚ ਉਹਦੇ 'ਚ ਦੱਸਿਓ। ਹਾਂਜੀ, ਦੇਖੋ ਦੂਸਰਾ ਕਾਰਨ ਕੀ ਹੈਗਾ ਕਿ ਬੱਚੇਦਾਨੀ ਦੇ ਵਿੱਚ ਕੋਈ ਇਨਫੈਕਸ਼ਨ ਹੋ ਜਾਣਾ। ਬੱਚੇਦਾਨੀ ਦੀਆਂ ਬਿਮਾਰੀਆਂ ਹੈਗੀਆਂ ਜੀ, ਬਹੁਤ ਬਿਮਾਰੀਆਂ 'ਚ ਨਹੀਂ ਮੈਂ ਜਾਂਦਾ, ਇੱਕ ਮੋਟੀ ਲਾਈਨ ਹੈ ਕਿ ਬੱਚੇਦਾਨੀ 'ਚ ਇਨਫੈਕਸ਼ਨ ਹੋ ਜਾਣਾ। ਤਾਂ ਇਨਫੈਕਸ਼ਨ ਕਿਵੇਂ ਹੁੰਦੀ ਹੈ? ਸੂਣ ਵੇਲੇ ਪਸ਼ੂ ਨੂੰ ਜਦੋਂ ਆਪਾਂ ਸਵਾਉਂਦੇ ਆ, ਉਸ ਵਕਤ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਗੰਦੇ ਹੱਥ ਬੱਚੇਦਾਨੀ 'ਚ ਪਾਉਂਦੇ ਆ ਤਾਂ ਇਨਫੈਕਸ਼ਨ ਉਹਦੇ ਵਿੱਚ ਚਲੀ ਜਾਂਦੀ ਹੈ, ਜਿਹੜੀ ਕਿ ਬਾਅਦ ਵਿੱਚ ਇਹ ਪ੍ਰੋਬਲਮ ਖੜੀ ਕਰਦੀ ਹੈ। ਜੇਰ ਦਾ ਸਮੇਂ ਸਿਰ ਨਾ ਪੈਣਾ, ਜੇ ਜੇਰ ਸਮੇਂ ਸਿਰ ਨਹੀਂ ਪਈ, ਉਹਦੇ ਵਿੱਚ ਵੀ ਬੱਚੇਦਾਨੀ 'ਚ ਇਨਫੈਕਸ਼ਨ ਚਲੀ ਜਾਂਦੀ ਹੈ। ਡਾਕਟਰ ਸਾਹਿਬ ਮੈਂ ਮੁਆਫੀ ਚਾਹੁੰਦਾ, ਮੈਂ ਰੋਕ ਰਿਹਾ, ਲੇਕਿਨ ਜੇਰ ਦੀ ਕਿਉਂਕਿ ਇੱਕ ਵੱਡੀ ਸਮੱਸਿਆ ਰਹਿੰਦੀ ਹੈ, ਇਹਦਾ ਹੱਲ ਨਾਲ ਦੀ ਨਾਲ ਤੁਸੀਂ ਜ਼ਰੂਰ ਨਾਲ ਲਗਮਾ ਦੱਸ ਦਿਓ ਕਿ ਜੇ ਸਮੇਂ ਸਿਰ ਨਹੀਂ ਪਾਉਂਦਾ ਪਸ਼ੂ ਤਾਂ ਕੀ ਕਰੇ ਕਿਸਾਨ? ਠੀਕ ਹੈ ਜੀ, ਦੇਖੋ ਜੇਰ ਜਿਹੜੀ ਹੈਗੀ ਆ ਨੋਰਮਲ ਅਸੀਂ ਕਹਿੰਦੇ ਆ ਵੀ 6 ਘੰਟੇ ਤੋਂ 12 ਘੰਟੇ ਦੇ ਵਿੱਚ, 6 ਘੰਟੇ 'ਚ ਪੈ ਜਾਂਦੀ ਆ। ਜਿਹਨੇ ਜਿਹੜੀ ਜੇਰ ਪੈਣ ਵਾਲੀ ਆ, ਜਾਂ 12 ਘੰਟੇ ਦੇ ਵਿੱਚ ਹੱਦ ਪੈ ਜਾਂਦੀ ਆ। ਤਾਂ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਗਰਮੀਆਂ 'ਚ 6 ਘੰਟੇ ਤੋਂ ਬਾਅਦ ਜਿਹਦੀ ਜੇਰ ਨਹੀਂ ਪਈ ਉਹਨੂੰ ਹੱਥ ਨਾਲ ਕੱਢ ਦਿਓ ਜੀ, ਤੇ ਮਤਲਬ ਸਰਦੀਆਂ ਵਿੱਚ ਜੇ 12 ਘੰਟੇ ਨਹੀਂ ਪਈ ਤੇ ਹੱਥ ਨਾਲ ਕੱਢ ਦਿਓ ਜੀ। ਲੇਕਿਨ ਹੁਣ ਕੀ ਦੇਖਣ 'ਚ ਆਇਆ ਹੈਗਾ ਕਿ ਜਿਹੜੇ ਅੱਜ ਕੱਲ੍ਹ ਜੇਰ ਦੇ ਕੇਸ ਦੇਖ ਰਹੇ ਹੈਗੇ ਆ, ਉਹ ਨਹੀਂ ਹੈ ਜੋ ਪਹਿਲੇ ਸਮੇਂ 'ਚ ਹੁੰਦੇ ਸੀ ਜੀ। ਪਹਿਲਾਂ ਜੇਰ ਦੇ ਕੇਸ ਕੀ ਦੇਖਦੇ ਸੀਗੇ ਕਿ ਜੇਰ ਤਾਂ ਪੈਣ ਵਾਲੀ ਹੋਈ ਹੈ, ਬਸ ਉਹਦੀ ਬੱਚੇਦਾਨੀ ਨੇ ਉਹਨੂੰ ਸੁੰਗੜੀ ਨਹੀਂ ਹੈਗੀ, ਉਹਦੀ ਮੂਵਮੈਂਟ ਨਹੀਂ ਆਏਗੀ ਤੇ ਜੇਰ ਨਹੀਂ ਪਈ ਤੇ ਕਿਸੇ ਨੇ ਹੱਥ ਪਾ ਕੇ ਉਹ ਹਲਕੀ ਕੱਢਤੀ, ਉਹਦਾ ਤਾਂ ਕੋਈ ਡਰ ਨਹੀਂ ਹੈਗਾ ਜੀ। ਉਹ ਇੱਕ ਐਸੀ ਕੈਲਸ਼ੀਅਮ ਦੀ ਘਾਟ ਹੈ, ਉਹਦੇ ਨਾਲ ਹੋ ਸਕਦਾ ਹੈ, ਤਾਂ ਤੱਤਾਂ ਦੀ ਘਾਟ ਨਾਲ ਹੋ ਸਕਦਾ, ਉਹ ਜੇਰ ਤਾਂ ਕੱਢੀ ਜਾ ਸਕਦੀ ਜੀ। ਜਿੱਥੇ ਇਨਫੈਕਸ਼ਨ ਹੈ, ਜੇਰ ਇਨਫੈਕਸ਼ਨ ਕਰਕੇ ਹੈ ਜਾਂ ਹੋਰ ਕਾਰਨਾਂ ਕਰਕੇ ਕਿ ਜੇਰ ਅੰਦਰ ਜੁੜੀ ਹੋਈ ਹੈ। ਦੇਖੋ ਮੱਝਾਂ ਗਾਵਾਂ ਦੇ ਵਿੱਚ ਤਕਰੀਬਨ 120 ਗੰਢਾਂ ਹੁੰਦੀਆਂ ਜਿਨ੍ਹਾਂ ਨਾਲ ਜੇਰ ਜੁੜੀ ਹੁੰਦੀ ਹੈ। ਹੱਥ ਨਾਲ ਤੁਸੀਂ 120 ਗੰਢਾਂ ਨਹੀਂ
ਤੋੜ ਸਕਦੇ ਜੀ। ਔਰ ਤੋੜਨੀਆਂ ਨਹੀਂ ਹੁੰਦੀਆਂ, ਉਧੇੜਨੀਆਂ ਹੁੰਦੀਆਂ ਜੀ ਔਰ ਇਹ ਕੋਈ ਵੀ ਨਹੀਂ ਉਧੇੜ ਸਕਦਾ ਗਾ 120। ਇਹ ਤਾਂ ਜਿਹਦੀਆਂ 2-4 ਰਹਿੰਦੀਆਂ ਉਧੇੜ ਦੂਗਾ, ਬਾਕੀ ਕੱਢ ਲਓ। ਜੀ ਇਸ ਕਰਕੇ ਹੁਣ ਯੂਨੀਵਰਸਿਟੀ ਦੀ ਵੀ ਜੋ ਲਾਸਟ ਸਾਡੀ ਰეკਮੈਂਡੇਸ਼ਨ ਹੈ, ਜੀ ਅਸੀਂ ਕਹਿੰਦੇ ਵੀ ਜੇਰ 'ਚ ਹੱਥ ਪਾ ਕੇ ਜਿਹੜੀ ਜੇਰ ਨਹੀਂ ਨਿਕਲਣ ਵਾਲੀ ਉਹਨੂੰ ਨਾ ਕੱਢੋ, ਜੀ ਉਹਦੇ ਵਿੱਚ ਦਵਾਈ ਰੱਖ ਦਿਓ। ਉਹਦੇ ਵਿੱਚ ਜੀ। ਅਸੀਂ ਗੋਲੀਆਂ ਰੱਖ ਦਿੰਦੇ ਆ, ਫਿਊਰੀਆ ਦੀਆਂ ਗੋਲੀਆਂ, ਸਾਰੇ ਕਿਸਾਨ ਭਰਾ ਜਾਣਦੇ ਆ। ਜੀ ਉਹ ਹਰ ਰੋਜ਼ 4 ਗੋਲੀਆਂ ਰੱਖੀ ਚੱਲੋ ਤੇ ਜੀ। ਉਹਦੀ ਧੌਣ ਦੇ ਵਿੱਚ ਆਪਾਂ ਐਂਟੀਬਾਇਓਟਿਕ ਟੀਕੇ, ਜਿਸ ਜੀ। ਟੈਰਾਮਾਈਸਿਨ ਵੀ ਹੈ, ਸਭ ਤੋਂ ਜੀ, ਸਸਤਾ, ਜੀ, ਪੈਨਸਿਲਿਨ ਵੀ ਹੈ। ਜੀ। ਤਾਂ ਡਾਕਟਰ ਦੀ ਸਲਾਹ ਨਾਲ ਆਪਾਂ ਉਹ ਟੀਕੇ ਜੇ ਲਾਈਏ ਤਾਂ ਜੀ। ਉਹ 5-7-10 ਦਿਨਾਂ ਬਾਅਦ ਜੇਰ ਨਰਮ ਹੋ ਜਾਂਦੀ ਹੈ, ਉਹ ਆਪਣੇ ਆਪ ਛੱਡ ਜਾਂਦੀ ਬੱਚੇ ਦਾ ਨਹੀਂ। ਜੀ। ਫਿਰ ਉਹ ਜਾਂ ਤਾਂ ਡਿੱਗ ਪੈਂਦੀ ਹੈ ਜਾਂ ਡਾਕਟਰ ਮਾੜਾ ਜਿਹਾ ਹੱਥ ਪਾ ਕੇ ਤੇ ਉਹਨੂੰ ਕੱਢ ਸਕਦਾ ਹੈ। ਜੀ। ਉਸ ਤੋਂ ਬਾਅਦ ਬੱਚੇ ਦੇ ਵਿੱਚ ਉਹ ਫਿਰ ਬੱਚੇਦਾਨੀ ਦਵਾਈ 2-4 ਦਿਨ ਭਰੇਗਾ ਤਾਂ ਜੋ ਸਾਫ਼ ਹੋ ਜੇ। ਪਰ ਇਹ ਕੰਮ ਡਾਕਟਰ ਦਾ ਹੈ, ਇਹਦੇ ਵਿੱਚ ਜੀ। ਕਿਸਾਨ ਵੀਰ ਆਪ ਪੰਗਾ ਨਾ ਲੈਣ। ਜਿਹੜਾ ਕਿਸਾਨ ਵੀਰ ਭਾਰ ਬੰਨ ਦਿੰਦੇ ਨੇ ਉਹਦਾ ਕੋਈ ਨੁਕਸਾਨ ਤਾਂ ਨਹੀਂ ਹੈ ਜੀ? ਭਾਰ ਜਿਹੜਾ ਬੰਨ੍ਹ ਦੇਣਾ ਹੈਗਾ ਜੇਰ ਦੇ ਨਾਲ, ਉਹਦੇ ਵਿੱਚ ਵੀ ਨੁਕਸਾਨ ਕਈ ਵਾਰੀ ਹੋ ਸਕਦਾ ਕਿ ਉਹ ਜਾਨਵਰ ਜ਼ੋਰ ਮਾਰ ਕੇ ਤੇ ਪਿੱਛੇ ਹੀ ਸਾਰਾ ਬਾਹਰ ਕੱਢ ਦੇਵੇ। ਜੀ ਸੋ ਭਾਰ ਬੰਨਣ ਦੀ ਵੀ ਕੋਈ ਲੋੜ ਨਹੀਂ ਹੈਗੀ। ਜੀ। ਗੰਦੀ ਤੋਂ ਗੰਦੀ ਚੀਜ਼ ਕੋਈ ਉਹਨੂੰ ਟੱਚ ਨਾ ਕਰੋ। ਬਲਕਿ ਜੇ ਤੁਹਾਨੂੰ ਲੱਗਦਾ ਵੀ ਅੱਧੀ ਜੇਰ ਪੈ ਗਈ ਆ, ਅੱਧੀ ਰਹਿੰਦੀ ਆ, ਤਾਂ ਤੁਸੀਂ ਬਿਲਕੁਲ ਉਡੀਕ ਕਰ ਸਕਦੇ ਹੈਗੇ, ਉਹਦੇ ਭਾਰ ਨਾਲ ਹੀ ਉਹਨੇ ਪੈ ਜਾਣਾ ਹੈਗਾ। ਠੀਕ ਹੈ ਨਾ? ਤੇ ਜੇ ਉਹ ਜੇਰ ਤਾਂ ਬਾਹਰ ਇੱਕ ਹੱਥ ਵੀ ਨਹੀਂ ਹੈਗੀ, ਉਹਨੂੰ ਤੁਸੀਂ ਜੇਰ ਨੂੰ ਕਢਾਉਣ ਜਾਓਗੇ ਤੇ ਉਹ ਤਾਂ ਖਤਰੇ ਵਾਲਾ ਕੰਮ ਹੈ। ਮੈਂ ਦੇਖਿਆ ਕਿ ਅਕਸਰ ਜਦੋਂ ਲੋਕ ਜੇਰ ਕਢਾਉਂਦੇ ਆ ਤੇ ਪਸ਼ੂ ਪੱਠੇ ਛੱਡ ਜਾਂਦੇ ਹੈਗੇ, ਜੀ ਤੇ ਜਿਹੜੇ ਨਹੀਂ ਕਢਾਉਂਦੇ ਉਹਨਾਂ ਦੇ ਪਸ਼ੂ ਪੱਠੇ ਖਾਂਦੇ ਰਹਿੰਦੇ ਜੀ। ਹੈਗੇ ਆ, ਦੁੱਧ ਵੀ ਦੇਈ ਜਾਂਦੇ ਆ। ਸੋ ਇਹ ਲੇਟੈਸਟ ਤਜਰਬਾ ਵੀ ਹੈ ਮੇਰਾ ਕਿ ਜੇਰ ਨੂੰ ਪਹਿਲੀ ਗੱਲ ਤਾਂ ਅੱਛੇ ਡਾਕਟਰ ਤੋਂ ਕਢਵਾਓ। ਜੇਰ ਜਿਹੜਾ ਕੰਮ ਸਭ ਤੋਂ ਇੰਪੋਰਟੈਂਟ ਹੈ ਸਾਹਿਬ ਜੀ। ਜੇ ਉਹਦੇ ਵਿੱਚ ਪ੍ਰੀਕਾਸ਼ਨ ਨਹੀਂ ਲਈਆਂ ਗਈਆਂ ਤੇ ਅੱਗੇ ਤੋਂ ਪਸ਼ੂ ਬੇਕਾਰ ਹੋ ਜਾਂਦੇ। ਕਿਸਾਨ ਵੀਰ ਇਦਾਂ ਵੀ ਕਰਦੇ ਨੇ, ਜਿੰਨਾ ਕੋ ਅਸੀਂ ਪਿੰਡਾਂ ਦੇ ਵਿੱਚ ਦੇਖਿਆ ਕਿ ਪਸ਼ੂ ਦੀ ਕੰਡ ਦੇ ਉੱਤੇ ਜਵੈਣ ਮਲ ਦਿੰਦੇ ਨੇ, ਉੱਪਰੋਂ ਦੀ ਉਹਨੂੰ ਕਵਰ ਕਰ ਦੇਣਾ, ਉਹਦੀ ਬੋਡੀ ਨੂੰ ਉੱਪਰ ਕੋਈ ਬੋਰੀ ਵਗੈਰਾ ਪਾ ਦਿੰਦੇ ਨੇ, ਜਾਂ ਉਹਨੂੰ ਗਰਮ ਪਾਣੀ ਪਿਆਉਣਾ, ਜਾਂ ਉਹਨੂੰ ਸ਼ਾਇਦ ਖੰਡ ਦੀ ਚਾਹ ਨਹੀਂ ਪਿਆਉਂਦੇ ਨੇ। ਇਹ ਚੀਜ਼ਾਂ ਠੀਕ ਨੇ ਜਾਂ ਕੋਈ ਹੋਰ ਤੁਸੀਂ ਇਹ ਦੱਸਣਾ ਕੁਝ ਚਾਹੋ? ਟੋਟਕੇ ਹੈ ਜੋ ਠੀਕ ਹੈ। ਖੰਡ ਦੀ ਚਾਹਣੀ ਜੀ। ਥੋੜੀ ਦੇਣਾ ਇਹ ਠੀਕ ਜੀ। ਹੈ, ਬੋਡੀ ਨੂੰ એનર્ਜੀ ਮਿਲਦੀ ਹੈ। ਮਸਲ ਨੇ ਕੰਟਰੈਕਟ ਹੋਣਾ, ਉਹਨੂੰ એનર્ਜੀ ਚਾਹੀਦੀ ਹੈ। ਜੀ। ਕੈਲਸ਼ੀਅਮ ਦਾ ਟੀਕਾ ਲਗਾਇਆ ਜਾ ਸਕਦਾ, ਉਹ ਵੀ ਇਸ ਕੰਮ ਵਾਸਤੇ ਸਹਾਈ ਹੈ। ਜੀ। ਜਿਹੜਾ ਉੱਪਰ ਤੁਸੀਂ ਕਹਿੰਦੇ ਆ ਕਿ ਜਦੋਂ ਸਰਦੀ ਵਿੱਚ ਖਾਸ ਕਰ ਠੰਡ ਹੈ, ਟੈਂਪਰੇਚਰ ਬੋਡੀ ਦਾ ਲੋ ਹੋ ਗਿਆ, ਤਾਂ ਵੀ ਬੋਡੀ ਦੇ ਮਸਲ ਤੁਹਾਡੇ ਕੰਮ ਨਹੀਂ ਕਰਨਗੇ ਪ੍ਰੋਪਰ, ਤਾਂ ਉਹਦੇ ਵਾਸਤੇ ਜਿਹੜਾ ਉਹ ਨਮਕ ਜਵੈਣ ਉੱਪਰ ਕਰਕੇ ਤੇ ਕੱਪੜਾ ਜੀ। ਦਿੰਦੇ ਆ, ਉਹ ਠੀਕ ਹੈ, ਉਹ ਇੰਨਾ ਕੰਮ ਕੀਤਾ ਜਾ ਸਕਦਾ ਹੈਗਾ। ਜਨੇਪੇ ਸਮੇਂ ਡਾਕਟਰ ਸਾਹਿਬ ਹੋਰ ਕਿਹੜੀਆਂ ਕੋਈ ਸਮੱਸਿਆਵਾਂ ਪਸ਼ੂ ਨੂੰ ਜਿਹੜੀਆਂ ਨੇ, ਜਾਂ ਸੂਣ ਤੋਂ ਪਿੱਛੋਂ ਕਿਹੜੀਆਂ ਸਮੱਸਿਆਵਾਂ ਆ ਸਕਦੀਆਂ ਨੇ? ਬੜੇ ਸੰਖੇਪ ਜਿਹੇ ਸ਼ਬਦਾਂ 'ਚ ਜ਼ਰੂਰ ਦੱਸਿਓ। ਹੁਣ ਇਹ ਆ ਵੀ ਆਪਣਾ ਪਸ਼ੂ ਮੰਨ ਲਿਆ ਗੱਭਣ ਹੋ ਗਿਆ, ਤਾਂ ਗਾਂ ਨੇ ਤੁਹਾਡੀ 9 ਮਹੀਨੇ ਲੈਣੇ ਆ ਤੇ ਮੱਝ ਨੇ 10 ਮਹੀਨੇ ਲੈਣੇ ਆ, ਤਾਂ ਉਹ ਗੱਭਣ ਪਸ਼ੂ ਜਿਹੜਾ ਹੈਗਾ ਉਸ ਦੀ ਦੇਖਭਾਲ, ਉਹਦੇ ਵਿੱਚ ਜੋ ਫਾਰਮਰ ਇੱਕ ਗਲਤੀ ਕਰਦਾ ਮੈਂ ਉਹ ਦੱਸ ਦਿੰਦਾ ਕਿ ਕੈਲਸ਼ੀਅਮ ਜਿਹੜੀ ਆਪਾਂ ਬਹੁਤ ਸ਼ੌਂਕ ਆ ਲੋਕਾਂ ਨੂੰ, ਕੈਲਸ਼ੀਅਮ ਦੀਆਂ ਕਿੰਨੀਆਂ ਹਰ ਘਰ ਮਿਲ ਜਾਂਦੀਆਂ, ਪਤਾ ਜੀ। ਨਹੀਂ ਉਹ ਕੈਲਸ਼ੀਅਮ ਹੈਗੀ ਵੀ ਉਹਦੇ 'ਚ ਤੇ ਕੀ ਹੈ। ਜੀ ਲੋਕ ਸਾਈਕਲਾਂ ਤੇ ਵੇਚਣ ਆਉਂਦੇ ਕੈਲਸ਼ੀਅਮ ਦੀਆਂ ਜੀ ਕੈਨੀਆਂ। ਜੀ ਪਹਿਲਾਂ ਤਾਂ ਮੇਰੀ ਬੇਨਤੀ ਹੈ ਵੀ ਸਾਈਕਲ ਵਾਲੀਆਂ ਕੈਲਸ਼ੀਅਮ ਦੀਆਂ ਕੈਨੀਆਂ ਨਾ ਪਾਓ, ਬਿਨਾਂ ਕਿਸੇ ਡਾਕਟਰ ਦੇ ਰਿਕਮੈਂਡ ਕੀਤਿਆਂ ਕੋਈ ਚੀਜ਼ ਨਾ ਦਿਓ। ਦੂਜਾ, ਉਹ ਜਿਹੜੀ ਕੈਲਸ਼ੀਅਮ ਆ ਪਿਛਲੇ 2 ਮਹੀਨੇ ਨਹੀਂ ਦੇਣੀ। ਜੀ ਪਿਛਲੇ 2 ਮਹੀਨੇ, ਮਹੀਨਾ ਤਾਂ ਪਿਛਲਾ ਬਿਲਕੁਲ ਨਹੀਂ, ਮੈਂ ਤਾਂ 2 ਮਹੀਨੇ ਕਹਿਣਾ। ਉਦੋਂ ਪਹਿਲਾਂ ਜਿਹੜੀ ਦੇਣੀ ਦਿਓ, ਕੋਈ ਪ੍ਰੋਬਲਮ ਨਹੀਂ। ਜਿੰਨਾ ਪਸ਼ੂ ਦੁੱਧ ਦਿੰਦਾ ਡਾਕਟਰ ਦੀ ਸਲਾਹ ਨਾਲ ਦਿਓ। ਜੀ ਤੇਲ ਵੀ ਪਿਛਲੇ 2 ਮਹੀਨੇ ਨਹੀਂ ਦੇਣਾ। ਜੀ ਪਰ ਲੋਕ ਅਕਸਰ ਕੀ ਕਰਦੇ ਨੇ ਕਿ ਦਿੰਦੇ ਜਨੇਪੇ ਆ। ਸਮੇਂ ਉਹਨੂੰ ਦਸੌਰੀ ਘਿਓ ਤੇ ਤੇਲ ਦੇਣਾ ਸ਼ੁਰੂ ਕਰ ਦਿੰਦੇ ਆ, ਦਿੰਦੇ ਨੇ। ਉਹ ਜਾਨਵਰ ਨੂੰ ਬਾਅਦ ਚ ਪ੍ਰੋਬਲਮ ਆਉਂਦੀਆਂ, ਕੀਟੋਸਿਸ ਜੀ। ਦੀ ਬਿਮਾਰੀ ਆ ਜਾਂਦੀ ਹੈਗੀ ਆ, ਹੋਰ ਆ ਜਾਂਦੀ ਹੈ, ਫੈਟੀ ਲਿਵਰ ਹੋ ਜਾਂਦਾ। ਤਾਂ ਉਹ ਨਹੀਂ ਆਪਾਂ ਨੇ ਕਰਨਾਗਾ। ਉਦੋਂ ਪਹਿਲਾਂ ਦੇ ਲਓ, ਜੀ ਸ਼ੌਕ ਪੂਰਾ ਕਰੋ, ਪਹਿਲਾਂ ਜੀ। ਦਿਓ ਤੁਸੀਂ, ਹੈ ਨਾ। ਜੀ ਤਾਂ ਇਹ 2 ਚੀਜ਼ਾਂ ਜਿਹੜੀਆਂ ਮੇਰੀ ਫਾਰਮਰ ਨੂੰ ਦੱਸਣ ਵਾਲੀਆਂ ਸੀਗੀਆਂ, ਖਾਸ ਕਰ ਕਿ ਜਿਸ ਵਕਤ ਗੱਭਣ ਆ। ਉਸ ਤੋਂ ਬਾਅਦ ਜੀ। ਪਸ਼ੂ ਸੂਣ ਤੇ ਆ ਗਿਆ। ਹੁਣ ਜੀ। ਸੂਣ ਵੇਲੇ ਤੁਹਾਨੂੰ ਔਕੜ ਆ ਗਈ ਕਿ ਪਸ਼ੂ ਸੂ ਨਹੀਂ ਰਿਹਾ। ਤੁਸੀਂ ਜੀ। ਬਹੁਤ ਵਧੀਆ ਸਵਾਲ ਕਰ ਲਿਆ, ਮੇਰੇ ਕੰਮ ਦਾ ਇਹ ਸੀਗਾ ਜੋ ਮੈਂ ਫਾਰਮਰ ਨੂੰ ਦੱਸਣਾ ਚਾਹੁੰਦਾ। ਜੀ ਨਾ ਸੌਣ ਦਾ ਕਾਰਨ ਪਸ਼ੂ ਜ਼ੋਰ ਮਾਰ ਰਿਹਾ, ਪਾਣੀ ਵਾਲੀ ਪਹਿਲੀ ਮਟਾਂਡੀ ਆ ਗਈ, ਜੀ ਦੂਜੀ ਜਦੋਂ ਆ ਗਈ ਤੇ ਦੂਜੀ ਆਉਣ ਤੋਂ 15-20 ਮਿੰਟਾਂ ਚ ਹੱਦ ਅੱਧੇ ਘੰਟੇ ਚ ਡਿਲੀਵਰੀ ਹੋ ਜਾਂਦੀ ਜੀ, ਹੈ, ਬੱਚਾ ਜੀ, ਆ ਜਾਂਦਾ। ਜੀ ਅਗਰ ਨਹੀਂ ਆਇਆ ਤਾਂ ਕੀ ਕਰਨਾ? ਪਹਿਲੀ ਗੱਲ ਤਾਂ ਇਹ ਹੈ ਵੀ ਡਾਕਟਰ ਨੂੰ ਬੁਲਾ ਲਓ, ਜੀ ਡਾਕਟਰ ਨੇੜੇ ਤੋਂ ਨੇੜੇ ਬੁਲਾਓ। ਪਰ ਮੰਨ ਲਓ ਤੁਸੀਂ ਇਹੋ ਜਿਹੇ ਏਰੀਏ 'ਚ ਬੈਠੇ ਹੋ ਕਿ ਡਾਕਟਰ ਤੁਹਾਡੇ ਕੋਲੇ ਹੈ ਨਹੀਂਗਾ, ਜੀ ਤਾਂ ਭਰਾਵੋ ਆਪਣੇ ਹੱਥ ਸਾਬਣ ਨਾਲ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ, ਕੱਪੜੇ ਨਾਲ ਨਹੀਂ ਪੂੰਝਣੇ ਬਾਅਦ 'ਚ, ਤੇ ਵੇਖ ਲਓ ਕਿ ਦੋਨੇ ਲੱਤਾਂ ਉਹਦੀਆਂ ਆ ਗਈਆਂ ਮੂਹਰੇ ਜੀ ਤੇ ਲੱਤਾਂ ਉੱਤੇ ਬੂਥੀ ਹੈਗੀ ਹੈ। ਜੀ ਜੇ ਤਾਂ ਲੱਤਾਂ ਮੂਹਰੇ ਆ ਤੇ ਬੂਥੀ ਹੈਗੀ ਆ, ਡਾਕਟਰ ਨਹੀਂ ਮਿਲਦਾ, ਤਾਂ ਤੁਸੀਂ ਲੱਤਾਂ ਤੇ ਬੂਥੀ ਨੂੰ ਖਿੱਚ ਕੇ ਬੱਚਾ ਕੱਢ ਸਕਦੇ ਆ। ਜੀ
ਜੇ ਤੁਹਾਨੂੰ ਇੱਕ ਲੱਤ ਮਿਲਦੀ ਹੈ ਜਾਂ ਕੱਲੀ ਬੂਥੀ ਮਿਲਦੀ ਹੈ ਜੀ ਤੁਸੀਂ ਬਿਲਕੁਲ ਵੀ ਉਹਨੂੰ ਜ਼ੋਰ ਨਹੀਂ ਲਾਉਣਾਗਾ, ਚਾਹੇ ਉਹ 6 ਘੰਟੇ ਲੇਟ ਹੋ ਜਾਏ ਚਾਹੇ 10 ਘੰਟੇ ਹੋ ਜਾਏ, ਡਾਕਟਰ ਨੂੰ ਬੁਲਾਓ। ਜੀ ਨਹੀਂ ਤਾਂ ਤੁਸੀਂ ਉਸ ਕੇਸ ਨੂੰ ਖਰਾਬ ਕਰ ਦਿਓਗੇ। ਜਦੋਂ ਨੂੰ ਜੀ। ਡਾਕਟਰ ਆਊਗਾ ਉਦੋਂ ਨੂੰ ਉਹ ਕੇਸ ਇੰਨਾ ਖਰਾਬ ਹੋ ਜਾਊਗਾ ਕਿ ਅਸੀਂ ਉਹਨੂੰ ਸਵਾਉਣ ਦੇ ਅਸਮਰੱਥ ਹੋਵਾਂਗੇ। ਜੀ ਪਹਿਲੀ ਚੀਜ਼। ਦੂਜੀ, ਇੱਕ ਜਾਨਵਰ ਹੈ, ਸੂਣ ਦੇ ਨੇੜੇ ਆ ਗਿਆ, ਪੁੜੇ ਟੁੱਟ ਗਏ ਆ, ਸਭ ਕੁਝ ਹੋ ਗਿਆ, ਜਾਨਵਰ ਦਰਦ ਕਰੀ ਜਾਂਦਾ ਹੈ, ਜ਼ੋਰ ਮਾਰੀ ਜਾਂਦਾ ਹੈ, ਥੱਲੇ ਲਿਟਦਾ ਹੈ, ਜੀ ਚਾਰੇ ਲੱਤਾਂ ਇੱਕ ਪਾਸੇ ਕੱਢ ਕੇ ਪੈਂਦਾ ਹੈ, ਜਾਂ ਜੀ। ਤਾਂ ਉਹ ਸੱਜੇ ਪਾਸੇ ਪੈਂਦਾ ਜਾਂ ਉਹ ਖੱਬੇ ਪਾਸੇ ਪੈਂਦਾ, ਪਰ ਜੀ। ਜਦੋਂ ਵੀ ਪੈਂਦਾ ਇੱਕੋ ਪਾਸੇ ਪੈਂਦਾ। ਜੀ ਤੋ ਅਗਰ ਇਹ ਜਿਹੀਆਂ ਨਿਸ਼ਾਨੀਆਂ ਤੁਹਾਨੂੰ ਦਿਖਦੀਆਂ ਕਿ ਕੋਈ ਜਾਨਵਰ ਸੂਣ ਨੂੰ ਪੂਰਾ ਜ਼ੋਰ ਲਾ ਰਿਹਾ, ਜੀ ਚਾਰੇ ਲੱਤਾਂ ਇੱਕ ਪਾਸੇ ਕੱਢ ਕੇ ਪੈਂਦਾ ਹੈ, ਤਾਂ ਸਾਹਿਬ ਜੀ ਉਹ ਜਾਨਵਰ ਦੇ ਵਿੱਚ ਬੱਚੇਦਾਨੀ ਦਾ ਵੱਲ ਪਿਆ ਹੋਇਆ ਹੈ। ਜੀ ਉਹ ਤੁਹਾਡੇ ਵੱਸ ਦਾ ਰੋਗ ਨਹੀਂ, ਔਰ ਉਹ ਮਾੜੇ ਡਾਕਟਰਾਂ ਦੇ ਵੱਸ ਦਾ ਰੋਗ ਨਹੀਂ, ਔਰ ਜਿਹੜੇ ਪਿੰਡਾਂ 'ਚ ਫਿਰਦੇ ਤੁਹਾਡੇ ਕਈ ਜੀ। ਇਨਸੈਮੀਨੇਟਰ ਤੁਸੀਂ ਉਹਨਾਂ ਤੋਂ ਹੀ ਕਰਾਉਣ ਲੱਗ ਜਾਂਦੇ ਆ, ਉਹਨਾਂ ਦੇ ਵੀ ਵੱਸ ਦਾ ਰੋਗ ਨਹੀਂ। ਜੀ ਉਹਦੇ ਵਾਸਤੇ ਫਿਰ ਮੇਰਾ ਕਹਿਣਾ ਹੈ ਕਿ ਆਪਣੇ ਪਸ਼ੂ ਹਸਪਤਾਲ 'ਚ ਜਾਓ, ਉੱਥੋਂ ਡਾਕਟਰ ਲਓ। ਜੇ ਉੱਥੋਂ ਡਾਕਟਰ ਮੰਨ ਲਓ ਕਿਸੇ ਵੇਲੇ ਨਹੀਂ ਹੈ, ਕੋਈ 100 ਪ੍ਰੋਬਲਮ ਹੋ ਜੀ। ਸਕਦੀਆਂ, ਤਾਂ ਤੁਸੀਂ ਉਹਨੂੰ ਚੱਕ ਕੇ ਆਪਦੇ ਪਸ਼ੂ ਨੂੰ, ਦੇਖੋ ਤੁਹਾਡਾ ਪਸ਼ੂ ਆ ਕੀਮਤੀ ਆ, ਉਹਨੂੰ ਜੀ। ਚੱਕ ਕੇ ਜਾਂ ਤਾਂ ਗਿੱਲ ਪੋਲੀ ਕਲੀਨਿਕ ਜੀ ਤੇ ਜਾਂ ਫਿਰ ਤੁਸੀਂ ਗੜਵਾਸੂ 'ਚ ਲੈ ਕੇ ਜਾਓ। ਜੀ। ਉਸ ਪਸ਼ੂ ਦਾ ਖਰਾਬ ਨਾ ਕੰਮ ਕਰੋ। ਉਹ ਬੱਚੇਦਾਨੀ ਦਾ ਵਾਲ ਹੈ ਜਿਹਦੇ 'ਚ ਅਕਸਰ ਪਸ਼ੂ ਮੈਂ ਮਰਦੇ ਦੇਖੇ ਹੈਗੇ ਆ, ਔਰ ਜੇ ਤੁਸੀਂ 3 ਦਿਨ ਦਰਦ ਕਰੀ ਗਿਆ ਪਸ਼ੂ, ਉਸ ਤੋਂ ਬਾਅਦ ਜਿੱਥੇ ਵੀ ਲਿਜਾਓਗੇ ਉਹ ਪਸ਼ੂ ਦਾ ਕੰਮ ਖਤਮ ਹੈ, ਕਿਉਂਕਿ ਉਹ ਬੱਚੇਦਾਨੀ ਜੀ। ਜੁੜ ਜਾਂਦੀ ਹੈ ਜੀ। ਫਿਰ ਆਪਰੇਸ਼ਨ ਨਾਲ ਬੱਚਾ ਕੱਢਣਾ ਪੈਂਦਾ, ਜਾਨਵਰ 'ਚ ਕੁਝ ਨਹੀਂ ਬਚਦਾਗਾ। ਦੋਸਤੋ ਤੁਸੀਂ ਬਣੇ ਰਹੋ ਜੀ ਰੇਡੀਓ 90.8 ਤੇ ਨਾਲ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ। ਤੁਸੀਂ ਸੁਣ ਰਹੇ ਹੋ 90.8 ਮੈਗਾਹਰਟਜ਼ FM ਕਮਿਊਨਿਟੀ ਰੇਡੀਓ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ ਦੋਸਤੋ, ਮੈਂ ਸੁਖਜੀਤ ਸਿੰਘ। ਪ੍ਰੋਗਰਾਮ ਸਾਡਾ ਇੱਕ ਮੁਲਾਕਾਤ। ਅੱਜ ਦੀ ਮੁਲਾਕਾਤ ਦੇ ਵਿੱਚ ਸਾਡੇ ਨਾਲ ਬਣੇ ਹੋਏ ਨੇ ਡਾਕਟਰ ਨਰੇਸ਼ ਕੋਸ਼ਰ ਜੀ, ਔਰ ਇਹਨਾਂ ਦੇ ਨਾਲ ਅਸੀਂ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਉਹਨਾਂ ਦੀਆਂ ਬਿਮਾਰੀਆਂ ਬਾਰੇ ਗੱਲ ਕਰ ਰਹੇ ਸਾਂ। ਡਾਕਟਰ ਸਾਹਿਬ, ਹੁਣ ਤੱਕ ਅਸੀਂ ਗੱਲਬਾਤ ਕੀਤੀ, ਉਹਦੇ 'ਚ ਇੱਕ ਗੱਲ ਅੱਗੇ ਚੱਲ ਕੇ ਆਉਂਦੀ ਹੈ ਕਿ ਕਈ ਵਾਰ ਅਕਸਰ ਦੇਖਿਆ ਜਾਂਦਾ ਪਸ਼ੂਆਂ ਦਾ ਹਵਾਨਾ ਸੁੱਜ ਜਾਂਦਾ। ਹਵਾਨਾ ਸੁੱਜਣ ਦੇ ਕਾਰਨ ਕੀ ਨੇ ਤੇ ਉਹਦਾ ਹੱਲ ਕੀ ਹੋਵੇ? ਸਭ ਤੋਂ ਵੱਡੀ ਬਿਮਾਰੀ ਹੈ ਖਾਸ ਕਰ ਗਾਵਾਂ ਵਿੱਚ, ਮੱਝਾਂ 'ਚ ਵੀ ਹੈ, ਪਰ ਜੀ, ਗਾਵਾਂ ਵਿੱਚ ਗਾਵਾਂ 'ਚ ਜਦੋਂ ਦੀਆਂ ਦੋਗਲੀਆਂ ਗਾਈਆਂ ਆਈਆਂ ਜੀ ਤੇ ਸਾਡਾ ਇਹ ਥਣ ਦੀਆਂ ਬਿਮਾਰੀਆਂ ਜਿਹੜੀਆਂ ਇਹ ਬਹੁਤ ਵੱਧ ਗਈਆਂ। ਜੀ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਇਹ ਪਸ਼ੂ ਜਿਹੜੇ ਹੈਗੇ ਆ ਨਾ, ਇਹ ਥਣ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਗਾਵਾਂ 'ਚ ਖਾਸ ਕਰ ਵਾਕਈ ਲੋੜ ਤੋਂ ਜ਼ਿਆਦਾ ਹੁੰਦੀ ਹੈਗੀ ਆ। ਕਿਵੇਂ ਪਛਾਣਨਾ ਤੇ ਕੀ ਇਹਦੀ ਮੁੱਢਲੀ ਸਹਾਇਤਾ ਤੇ ਫਾਰਮਰ ਕੀ ਇਹਦੇ 'ਚ ਕਰ ਸਕਦਾ? ਅਕਸਰ ਕੀ ਦੇਖਿਆ ਕਿ ਜਦੋਂ ਥਣ ਦਾ ਸੋਜਾ ਆ ਜਾਂਦਾ ਹੈ, ਲੋਕ ਇਲਾਜ ਕਰਾਉਂਦੇ ਆ ਤੇ ਅੰਤ ਵਿੱਚ ਕੀ ਹੁੰਦਾ, 3-4 ਦਿਨਾਂ ਦੇ ਵਿੱਚ ਥਣ ਮਰ ਜਾਂਦਾ ਹੈ। ਉਹਦੇ 'ਚ ਕੋਈ ਦੁੱਧ ਨਹੀਂ ਆਉਂਦਾਗਾ, ਜੇ ਆਉਂਦਾ ਤਾਂ 2-4 ਬੂੰਦਾਂ ਆਉਂਦਾ ਹੈਗਾ। ਜੀ ਤੇ ਇਹ 70-80% ਆਮ ਫਾਰਮਰ ਦੇ ਨਾਲ ਇਦਾਂ ਹੀ ਜੀ ਹੁੰਦਾ। ਜੀ ਤਾਂ ਦੋਸਤੋ, ਜੇ ਥਣ ਦੀ ਬਿਮਾਰੀ ਤੋਂ ਆਪਾਂ ਬਚਣਾ ਹੈ ਤਾਂ ਜਿਹੜੀਆਂ ਮੈਂ 4 ਗੱਲਾਂ ਅਗਲੀਆਂ ਦੱਸਣ ਲੱਗਾ ਉਹਨਾਂ ਨੂੰ ਯਾਦ ਕਰ ਲਓ, ਨੋਟ ਕਰ ਲਓ, ਲਿਖ ਲਓ, ਜਿਵੇਂ ਮਰਜ਼ੀ ਕਰ ਲਓ। ਥਣਾਂ ਦੀ ਬਿਮਾਰੀ ਦੀ ਜਿਹੜੀ ਸੋਜ ਆ ਖਾਸ ਕਰ, ਉਹਦੇ ਵਾਸਤੇ ਕੀ ਕਰਨਾ? ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਬੰਦਾ ਇੱਕ ਮੈਨੇਜਰ ਚਾਹੀਦਾ, ਉਹ ਸਵੇਰੇ ਜੀ। ਸ਼ਾਮ ਪਸ਼ੂਆਂ ਨੂੰ ਦੇਖੂਗਾ। ਜੀ ਉਹਨੇ ਇੱਕ ਚੀਜ਼ ਹੋਰ ਦੇਖਣੀ ਆ, ਸਾਰੇ ਪਸ਼ੂਆਂ ਨੂੰ ਚੋਣ ਤੋਂ 2 ਘੰਟੇ ਬਾਅਦ ਆਪਦੇ ਫਾਰਮ ਤੇ ਚੱਕਰ ਮਾਰੇ ਤੇ ਸਾਰੇ ਪਸ਼ੂਆਂ ਦੇ ਜੀ। ਜਿਹੜੇ ਹੈਗੇ ਆ ਉਹ ਮਸਾਨਾ ਉਹ ਚੈੱਕ ਕਰੇ ਜੀ। ਲੇਵਾ ਕਿਵੇਂ ਆ। ਜੀ ਅਗਰ 2 ਘੰਟੇ ਬਾਅਦ ਤੁਹਾਨੂੰ ਕੋਈ ਪਸ਼ੂ ਦਾ ਲੇਵਾ ਲੱਗਦਾ ਵੀ ਯਾਰ ਲਾਲੀ ਫੜ ਰਿਹਾ ਇੱਕ ਪਾਸਾ ਜੀ ਥੋੜਾ ਜਿਹਾ ਵੀ, ਜੀ ਤਾਂ ਸਾਹਿਬ ਜੀ ਉਹਦਾ ਦੂਜਾ ਟੈਸਟ ਮੈਂ ਫ੍ਰੀਜ ਦੱਸਣ ਲੱਗਾ ਵੀ ਜੀ। ਇੱਕ ਧਾਰ ਉਹਦੀ ਆਪਣੀ ਹਥੇਲੀ ਤੇ ਲਓ ਜੀ ਤੇ ਉਹਨੂੰ ਜੀਭ ਦੀ ਟਿਪ ਤੇ ਲਾ ਕੇ ਦੇਖ ਲਓ, ਦੁੱਧ ਤਾਂ ਆਪਣਾ ਹੀ ਹੈ, ਜੀ ਤਾਂ ਉਹਦਾ ਨਮਕ ਵਾਲਾ ਸਵਾਦ ਬਣ ਜਾਣਾ। ਜੀ ਔਰ ਇਹ ਬਿਮਾਰੀ ਦੇਖੋ ਕਿੰਨੀ ਛੇਤੀ ਫੈਲਦੀ ਕਿ 2 ਘੰਟੇ ਬਾਅਦ ਹੀ ਇਹ ਜੀ। ਕੰਮ ਸ਼ੁਰੂ ਹੋ ਜੀ। ਜਾਂਦਾ, ਤਕਰੀਬਨ 2 ਨਹੀਂ 3 ਘੰਟੇ ਲਾ ਲਓ। ਜੀ ਤਾਂ ਕੀ ਹੋਣਾ ਹੈਗਾ, ਰਾਤ ਨੂੰ ਤੁਸੀਂ ਤਾਂ ਦੇਖਿਆ ਨਹੀਂਗਾ, ਸੋਜ ਆਉਣ ਲੱਗੀ ਰਾਤ ਨੂੰ, ਜੀ ਜਦੋਂ ਨੂੰ ਸਵੇਰ ਚੜੀ ਤੇ ਸੋਜ ਜਿਹੜੀ ਹਵਾਨਾ ਹੈਗੀ ਆ ਸੁੱਜਿਆ ਉਹ ਹੋਇਆ। ਬਹੁਤ ਜ਼ਿਆਦਾ ਜੀ। ਹੋ ਚੁੱਕੀ ਆ। ਤਾਂ ਜਦੋਂ ਸੋਜ ਇੰਨੀ ਹੋ ਚੁੱਕੀ ਆ, ਤੁਸੀਂ ਡਾਕਟਰ ਨੂੰ ਲਿਆਉਂਦਿਆਂ ਵੀ ਦੁਪਹਿਰ ਕਰ ਦੇਣੀ ਆ। ਹੁਣ ਜਿਹੜੀ ਥਣ ਦੀ ਬਿਮਾਰੀ ਉਹ ਚ ਹੁੰਦਾ ਕੀ ਹੈ, ਦੇਖੋ ਥਣ ਕੀ ਹੈ, ਇੱਕ ਫੈਕਟਰੀ ਹੈ ਜਿੱਥੇ ਦੁੱਧ ਬਣਦਾ ਹੈ। ਜੀ ਇਹਦੇ ਵਿੱਚ ਨਿੱਕੇ ਨਿੱਕੇ ਸੈੱਲ ਆ, ਜਿਵੇਂ ਅੰਗੂਰਾਂ ਦੇ ਗੁੱਛੇ ਆ, ਅੰਗੂਰਾਂ ਵਾਂਗੂ ਹੀ ਆ। ਖੂਨ ਤੋਂ ਹੀ ਦੁੱਧ ਬਣਨਾ। ਜੀ ਖੂਨ ਦੇ ਵਿੱਚੋਂ ਖੂਨ ਵਾਲੇ ਲਾਲ ਕਣ ਬਾਹਰ ਨਿਕਲ ਜਾਂਦੇ ਆ ਤੇ ਇੱਕ ਪ੍ਰੋਟੀਨ ਆ ਚਿੱਟੇ ਰੰਗ ਦੀ,
ਜਿਹਨੂੰ ਜੀ। ਕੇਜ਼ਿਨ ਕਹਿੰਦੇ ਆ, ਉਹ ਵਿੱਚ ਆ ਜਾਂਦੀ ਆ। ਜੀ ਇੰਨਾ ਕੀ ਕੰਮ ਆ, ਬਾਕੀ ਦੁੱਧ ਤੇ ਖੂਨ 'ਚ ਬਹੁਤਾ ਫਰਕ ਨਹੀਂ ਹੈਗਾ, ਜੀ ਬਹੁਤ ਕੀਮਤੀ ਚੀਜ਼ ਹੈ। ਜੀ ਤਾਂ ਉਹ ਫੈਕਟਰੀ ਜਿਹੜੀ ਕੰਮ ਕਰਦੀ ਆ, ਉਹ ਨਿੱਕੇ ਨਿੱਕੇ ਸੈੱਲ ਹੈ ਜਿਨ੍ਹਾਂ 'ਚ ਫਿਲਟਰ ਦਾ ਕੰਮ ਹੁੰਦਾ। ਜੀ ਹੁਣ ਜਦੋਂ ਸੋਜ ਆਈ, ਸੋਜ ਕਿਉਂ ਆਈ ਬਾਅਦ 'ਚ ਗੱਲ ਕਰ ਲੈਂਦੇ ਆ। ਜਦੋਂ ਸੋਜ ਆ ਗਈ ਤਾਂ ਕੀ ਹੋਣਾ ਹੈ, ਉਹ ਜਿਹੜੇ ਗੁੱਛੇ ਅੰਗੂਰਾਂ ਦੇ ਬਣੇ ਕੁਛ ਤਾਂ ਫੁੱਲ ਜਾਣਗੇ, ਜੀ ਉਹਨਾਂ ਦੀ ਸੋਜ ਆਉਣੀ ਆ। ਜਿਹੜੇ ਫੁੱਲ ਗਏ, ਜ਼ਿਆਦੇ ਫੁੱਲ ਗਏ, ਉਹ ਪਾਟ ਜਾਣਗੇ, ਜੀ ਤੇ ਜਿਹੜੇ ਪਾਟ ਗਏ ਉਹ ਤਾਂ ਫੈਕਟਰੀ ਹੋ ਗਈ ਬੰਦ। ਜੀ ਤੁਸੀਂ ਸੋਚ ਲਾਈ ਜਾਇਓ, ਬਾਅਦ 'ਚ ਜੋ ਜੀ। ਲਾਉਣੀ ਆ। ਤੇ ਕੁਝ ਵਿਚਾਰੇ ਦਬ ਜਾਣਗੇ ਦੂਜਿਆਂ ਦੇ ਪ੍ਰੈਸ਼ਰ ਥੱਲੇ। ਜਿਹੜੇ ਦਬ ਗਏ ਉਹ ਵੀ ਮਰ ਜਾਂਦੇ ਆ ਜੇਕਰ ਟਾਈਮ ਨਾਲ ਆਪਾਂ ਕੰਮ ਨਹੀਂ ਇਲਾਜ ਕਰਦੇ। ਨਹੀਂ ਕਰਾਉਂਦੇ। ਜੀ ਜੇ ਟਾਈਮ ਨਾਲ ਫੜ ਲਿਆ ਤਾਂ ਕੁਝ ਬੱਚਤ ਹੋ ਜਾਂਦੀ ਹੈ। ਕਿਉਂਕਿ ਨਾ ਕਈ ਵਾਰੀ ਪਸ਼ੂ ਪਾਲਕ ਵੀਰ ਇਸ ਗੱਲ ਦਾ ਧਿਆਨ ਜ਼ਰੂਰ ਕਰਿਓ, ਕਿਉਂਕਿ ਸਮੱਸਿਆ ਬੜੀ ਅਹਿਮ ਹੈ। ਤੇ ਅਸੀਂ ਕੀ ਕਰਦੇ ਹਾਂ, ਪਸ਼ੂ ਨੂੰ ਲੱਸੀ, ਤੇਲ ਜਾਂ ਅਸੀਂ ਕਾਲੀ ਮਿਰਚ, ਨਸ਼ਾਦਰ ਵਗੈਰਾ ਦੇਣ ਲੱਗ ਜਾਂਦੇ ਹਾਂ, ਲੇਕਿਨ ਡਾਕਟਰ ਨੂੰ ਕੰਸਲਟ ਕਰਨਾ ਮੈਨੂੰ ਲੱਗਦਾ ਬੜਾ ਲਾਜ਼ਮੀ ਹੈ। ਬਿਲਕੁਲ, ਮੈਂ ਇਹ ਕਹਿੰਦਾ ਹੁੰਦਾ ਕਿ ਡਾਕਟਰ ਆਪਦੇ ਦਾ ਫੋਨ ਨੰਬਰ ਆਪਦੇ ਕੋਲ ਰੱਖੋ। ਸਾਡੇ ਡਾਕਟਰ ਇੰਨੇ ਕੱਚੇ ਆ ਕਿ ਜੇ ਦੂਰ ਵੀ ਹੈ ਤੁਹਾਨੂੰ ਫੋਨ ਤੇ ਟੀਕਾ ਦੱਸ ਦੇਣਗੇ। ਸਾਰੇ ਫਾਰਮਰ ਅੱਜ ਕੱਲ ਮੈਨੂੰ ਪਤਾ ਇੰਨੇ ਕੁ ਐਕਸਪਰਟ ਆ, ਉਹ ਲਾ ਲੈਂਦੇ ਆ। ਤਾਂ ਇਸ ਕਰਕੇ ਟਾਈਮ ਬਚਾਓ ਤੁਸੀਂ। ਜੀ। ਤਾਂ ਉਹਦੀ ਮੁੱਢਲੀ ਸਹਾਇਤਾ ਕੀ ਹੈ? ਦੇਖੋ, ਠੰਡੇ ਪਾਣੀ ਦੀ, ਬਰਫ਼ ਦੀ ਟਕੋਰ ਸ਼ੁਰੂ ਕਰ ਦਿਓ, ਉਧਰੋਂ ਡਾਕਟਰ ਨੂੰ ਲੱਭਣਾ ਸ਼ੁਰੂ ਕਰ ਦਿਓ। ਜੀ 6 ਘੰਟੇ ਦੇ ਵਿੱਚ ਅਗਰ ਥਣ ਦਾ ਇਲਾਜ ਹੋ ਗਿਆ ਤਾਂ ਤੁਸੀਂ 70% ਬਚ ਜਾਓਗੇ। ਜੇ ਜੀ। ਤੇ 2 ਘੰਟੇ 'ਚ ਇਲਾਜ ਹੋ ਗਿਆ ਤਾਂ ਤੁਸੀਂ 80-90% ਬਚ ਜਾਓਗੇ। ਜੇ ਸਵੇਰ ਨੂੰ ਇਲਾਜ ਹੋਇਆ ਤਾਂ ਮੇਰੀ ਸ਼ੋਰਟੀ ਹੈ ਵੀ ਕੁਛ ਨਹੀਂ ਬਚਣਾ। ਜੇ 10-20% ਦੁੱਧ ਮਿਲ ਗਿਆ ਤਾਂ ਮਿਲ ਗਿਆ, ਤਾਂ ਉਹ ਸੋਜ ਨਹੀਂ ਲੈਣੀਗੀ। ਸੋਜ ਜੀ। ਨੂੰ ਲਾਉਣਾ ਉਹ ਤੁਹਾਡੇ ਵੱਸ ਦਾ ਰੋਗ ਨਹੀਂ ਗਾ, ਉਹਨੂੰ ਉਹਦੇ ਡਾਕਟਰ ਲਈ ਨੂੰ ਪਤਾ। ਸਾਨੂੰ ਡਾਕਟਰ ਨੂੰ ਕੰਸਲਟ ਕਰਨਾ ਪਏਗਾ। ਇਹ ਤੋਂ ਇਲਾਵਾ ਡਾਕਟਰ ਸਾਹਿਬ, ਚਿੱਚੜਾਂ ਤੋਂ ਮੁੱਖ ਤੌਰ ਤੇ ਅਸੀਂ ਦੇਖਦੇ ਹਾਂ 2-3 ਬਿਮਾਰੀਆਂ ਹੁੰਦੀਆਂ ਨੇ, ਪਸ਼ੂ ਦਾ ਲਹੂ ਮੂਤਨਾ, ਥਲੇਰੀਆ ਤੇ ਪੀਲੀਆ, ਹਨਾ। ਤਿੰਨਾਂ ਨੂੰ ਤੁਸੀਂ ਪਲੀਜ਼ 1-2 ਮਿੰਟਾਂ ਦੇ ਵਿੱਚ ਸੰਖੇਪ ਇਹਨਾਂ ਨੂੰ। ਵਿੱਚ ਦੇਖੋ, ਜੀ ਇਹਨਾਂ ਚੋਂ ਜਿਹੜੀ ਸਭ ਤੋਂ ਫਾਰਮਰ ਦੇ ਸਮਝਣ ਵਾਲੀ ਗੱਲ ਇਹ ਹੈ ਕਿ ਜਦੋਂ ਪਸ਼ੂ ਨੂੰ ਚੋਣੇ ਨਾ, ਖਾਸ ਕਰ ਗਾਂ ਨੂੰ, ਤਾਂ ਉਹਦੇ ਪਿਸ਼ਾਬ ਵੱਲ ਧਿਆਨ ਦੇ ਲਿਆ ਕਰੋ। ਜੀ ਅਗਰ ਪਿਸ਼ਾਬ ਲਾਲ ਰੰਗ ਦਾ ਆ ਗਿਆ ਤਾਂ ਪਸ਼ੂ ਨੂੰ ਬਿਮਾਰੀ ਆ ਗਈ ਚਿਚੜਾਂ ਦੀ। ਔਰ ਉਸ ਵਕਤ ਥਰਮਾਮੀਟਰ ਲਾ ਕੇ ਜੇ ਬੁਖਾਰ ਚੈੱਕ ਕਰਗੇ ਤਾਂ 106 ਬੁਖਾਰ ਹੋਊਗਾ। ਇਹ ਸੰਖੇਪ ਵਿੱਚ ਹੈ ਜੀ। ਕਿ ਇੰਨੇ ਨਾਲ ਤੁਹਾਨੂੰ ਪਤਾ। ਤੀਜੀ ਨਿਸ਼ਾਨੀ ਕਿ ਪਸ਼ੂ ਤੁਹਾਡੇ ਨੇ ਅਚਾਨਕ 3 ਕਿਲੋ ਦੁੱਧ ਘਟਾਤਾ, ਜੀ ਸਵੇਰੇ 13, ਸ਼ਾਮ ਨੂੰ 10। ਜੀ ਦੁੱਧ 10 ਘਟਾਤਾ, ਹੋਰ ਤੁਸੀਂ ਕੁਝ ਨਹੀਂ ਦੇਖਿਆ, ਪੱਠੇ ਪੂਰੇ ਖਾ ਰਿਹਾ, ਸਭ ਕੁਝ ਪੂਰੇ ਕਰ ਰਿਹਾ, ਜੀ। ਤਾਂ ਵੀ ਤੁਹਾਡੇ ਕੰਨ ਖੜੇ ਹੋ ਜਾਣੇ ਚਾਹੀਦੇ ਆ। ਖਾਸ ਕਰ HF ਨਸਲ ਦੇ ਵਿੱਚ ਜੀ। ਥਰਮਾਮੀਟਰ ਲਾਓ, ਜੇ ਬੁਖਾਰ 106 ਹੈ ਡਾਕਟਰ ਨੂੰ ਬੁਲਾ ਲਓ। ਜੀ ਤੁਹਾਨੂੰ ਨਹੀਂ ਪਤਾ ਥਲੇਰੀਆ, ਤੁਹਾਨੂੰ ਨਹੀਂ ਪਤਾ ਬਵੇਸੀਆ, ਤੁਹਾਨੂੰ ਨਹੀਂ ਪਤਾ ਐਨਾਪਲਾਜ਼ਮਾ। ਜੀ। ਤਿੰਨਾਂ 'ਚ ਨਿਸ਼ਾਨੀ ਇਹੀ ਆਣੀ ਹੈ। ਤਿੰਨਾਂ 'ਚ ਇਲਾਜ ਵੱਖਰਾ ਵੱਖਰਾ ਹੈ। ਜੀ ਜੇ ਤੁਸੀਂ ਇਸ ਟਾਈਮ ਤੇ ਬੁਲਾ ਲਿਆ, ਇਲਾਜ ਸਸਤਾ ਹੈ। ਜੇ ਜੀ। ਬਾਅਦ 'ਚ ਬੁਲਾਇਆ ਤਾਂ ਫਿਰ ਪਸ਼ੂ ਦੀ ਜਾਨ ਵੀ ਚਲੀ ਜਾਂਦੀ ਹੈ ਜੀ। ਤੇ ਇਲਾਜ ਵੀ ਮਹਿੰਗਾ ਹੋ ਜਾਂਦਾ ਹੈ, ਕਿਉਂਕਿ ਖੂਨ ਨਿਕਲੀ ਜਾਂਦਾ ਹੈਗਾ ਤੇ ਜੀ। ਪਸ਼ੂ ਜਿਹੜਾ ਬਾਅਦ 'ਚ ਉੱਠਣੋਂ ਵੀ ਹਟ ਜਾਂਦਾ ਹੈ। ਅਕਸਰ ਲੋਕ ਡਾਕਟਰ ਕੋਲੇ ਉਦੋਂ ਜਾਂਦੇ ਜਦੋਂ ਗਾਂ ਉੱਠਦੀ ਹੋਈ ਨਹੀਂ, ਉੱਠਦੀ ਬਹਿ ਨਹੀਂ। ਜਾਂਦੀ ਹੈ। ਮੇਰੇ ਜੀ। ਕੋਲੇ ਅਕਸਰ ਉਦੋਂ ਕੇਸ ਆਉਂਦੇ ਹੈਗੇ। ਜੀ ਡਾਕਟਰ ਸਾਹਿਬ, ਸਰਕਾਰੀ ਸਹੂਲਤਾਂ ਤੁਹਾਡੇ ਮਹਿਕਮੇ ਦੇ ਵੱਲੋਂ ਕਿਹੜੀਆਂ ਨੇ? ਤੁਸੀਂ ਗੱਲ ਕੀਤੀ ਸੀ ਕਿ BPL ਕਿਸਾਨਾਂ ਨੂੰ ਕੱਟੀਆਂ ਦਿੱਤੀਆਂ ਜਾਂਦੀਆਂ ਨੇ ਸਰਕਾਰ ਦੇ ਵੱਲੋਂ। ਉਦੋਂ ਇਲਾਵਾ ਜਿਹੜੀ ਹੈ ਗੜਵਾਸੂ ਦੇ ਵਿੱਚ ਕੁਝ ਸਹੂਲਤਾਂ ਨੇ, ਉਹਨਾਂ ਨੂੰ ਪਲੀਜ਼ ਤੁਸੀਂ ਸੰਖੇਪ ਦੇ ਵਿੱਚ ਜ਼ਰੂਰ ਸਾਡੇ ਕਿਸਾਨਾਂ ਪਹਿਲਾਂ ਤਾਂ ਨਾਲ ਸਾਡੇ ਸਾਂਝੇ ਕਰੋ। ਹਸਪਤਾਲ ਤੇ ਡਿਸਪੈਂਸਰੀਆਂ ਬਣੀਆਂ ਹੋਈਆਂ ਜਿੱਥੇ ਅਸੀਂ ਇਲਾਜ ਫ੍ਰੀ ਆਫ ਕਾਸਟ ਹੈ, ਥੋੜੀ ਜਿਹੀ ਫੀਸ ਦੇ ਉੱਤੇ। ਜੀ ਉਸ ਤੋਂ ਬਾਅਦ ਸਰਕਾਰ ਸਮੇਂ-ਸਮੇਂ ਤੇ ਵਾਕਈ ਗਰੀਬ ਲੋਕਾਂ ਨੂੰ ਸਹੂਲਤ ਦਿੰਦੀ ਹੈ। ਜਿਵੇਂ ਕਿ ਪਿਛਲੇ ਸਾਲ 'ਚ ਅਸੀਂ ਕੱਟੀਆਂ ਦਿੱਤੀਆਂ ਹੈਗੀਆਂ ਲੋਕਾਂ ਨੂੰ, 2-2 ਕੱਟੀਆਂ ਤਕਰੀਬਨ 10,000 ਕੀਮਤ ਦੀਆਂ। ਉਹਨਾਂ ਨੇ ਪਾਲਣਾ, ਕੋਈ ਪੈਸਾ ਨਹੀਂ ਵਾਪਸ ਕਰਨਾ। ਜੀ। ਜੋ ਪਾਵਰਟੀ ਲਾਈਨ ਤੋਂ ਥੱਲੇ ਆ ਉਹਨਾਂ ਲੋਕਾਂ ਜੀ। ਨੂੰ ਦਿੱਤੀਆਂ ਜੀ। ਗਈਆਂ। ਫਿਰ ਜਿਹੜਾ ਬੱਕਰੀਆਂ ਦਾ ਲੋਨ ਹੈ, ਦੈਨ ਉਹਨਾਂ ਦਾ ਭੇਡਾਂ ਵਾਸਤੇ ਲੋਨ ਹੈ, ਫਿਰ ਇਹਦੇ ਵਾਸਤੇ ਸੂਰਾਂ ਵਾਸਤੇ ਲੋਨ ਆ, ਜਿਹਦੇ 'ਚ ਜੀ। 25% ਸਬਸਿਡੀ ਜਨਰਲ ਕਲਾਸ ਨੂੰ ਆ, 33% ਸਬਸਿਡੀ ਜਿਹੜੀ ਹੈਗੀ ਆ ਉਹ SC ਕੈਟਾਗਰੀ ਨੂੰ ਹੈਗੀ ਆ। ਜੀ। ਇਹ ਵੀ ਸਕੀਮਾਂ ਸਾਡੀਆਂ ਚੱਲ ਰਹੀਆਂ। ਕੋਈ ਹੋਰ ਮਹਿਕਮਾ ਡਾਕਟਰ ਸਾਹਿਬ ਹੈਗਾ ਜਿਹੜਾ ਜਿਹੜੇ ਵੀ ਅਚਾਰ ਵਗੈਰਾ ਤਿਆਰ ਕਰਦੇ ਨੇ ਜਾਂ ਦੁੱਧ ਚੋਣ ਵਾਲੀ ਮਸ਼ੀਨ ਦੇ ਲਈ ਜੇਕਰ ਕੋਈ ਸਬਸਿਡੀ ਕੋਈ ਹੋਰ ਮਹਿਕਮਾ ਦਿੰਦਾ ਤਾਂ? ਹਾਂ, ਡੇਅਰੀ ਵਿਕਾਸ ਵਿਭਾਗ ਹੈਗਾ, ਜੀ। ਇਹ ਮਸ਼ੀਨਾਂ ਦੇ ਉੱਤੇ ਦਿੰਦਾ ਹੈਗਾ। ਇਹਨਾਂ ਦਾ ਦਫ਼ਤਰ ਜ਼ਿਲ੍ਹਿਆਂ 'ਚ ਕਿੱਥੇ ਜ਼ਿਲ੍ਹਿਆਂ ਹੁੰਦੇ 'ਚ ਨੇ? ਹਰ ਜ਼ਿਲ੍ਹੇ ਦੇ ਵਿੱਚ ਹੀ ਹੈਗਾ। ਜ਼ਿਲ੍ਹੇ ਦੇ ਜੀ। ਵਿੱਚ ਇਹਨਾਂ ਦਾ ਦਫ਼ਤਰ ਹੈਗਾ। ਤੇ ਠੀਕ ਹੈ ਉੱਥੇ ਜੀ। ਜਿਹੜਾ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਸਾਡੇ ਕੋਲ ਜਿਹੜਾ ਮਿਲਕਿੰਗ ਮਸ਼ੀਨਾਂ ਵਾਸਤੇ ਤਾਂ ਨਹੀਂ, ਪਰ ਬਾਕੀ ਜੀ। ਜਿਹੜੇ ਹੈਗੇ ਆ ਉਹ ਸਿਸਟਮ। ਗੜਵਾਸੂ ਕਿਸ ਤਰੀਕੇ ਦੀਆਂ ਸਹੂਲਤਾਂ ਜਿਹੜੀ ਹੈ ਕਿਸਾਨਾਂ ਨੂੰ ਗੜਵਾਸੂ ਮਿਲਦੀ? ਤਾਂ ਜੀ ਜ਼ਿਆਦਾਤਰ ਇਲਾਜ ਤੇ ਹੀ ਹੈ ਤੇ ਜੀ। ਰਿਸਰਚ ਤੇ ਹੈ। ਠੀਕ ਹੈ, ਜੀ। ਤੋ ਜਿੰਨਾ ਵੀ ਜਿਹੜਾ ਇਲਾਜ ਕਿਤੋਂ ਨਹੀਂ ਹੁੰਦਾ, ਖਾਸ ਕਰ ਸਰਜੀਕਲ ਕੇਸ ਹੈ, ਜਿਹੜੀ ਫੀਲਡ ਲੈਵਲ ਤੇ ਨਹੀਂ ਹੋ ਸਕਦੀ, ਉਹ ਅਸੀਂ ਰੈਫਰ ਕਰ ਦਿੰਨੇ ਆ ਤੇ ਉਹਨਾਂ ਦਾ ਇੱਥੇ ਇਲਾਜ ਹੈ। ਕਿਸਾਨ ਵੀਰ ਇਹ ਸੋਚਦਾ ਨਾ ਕਿ ਮੈਂ ਯੂਨੀਵਰਸਿਟੀ ਜਾਵਾਂਗਾ ਮਹਿੰਗੀ ਹੋਏਗੀ, ਉੱਥੇ ਕਿੰਨਾ ਕੁ ਰੁਪਿਆ ਲੱਗਦਾ? ਹਾਂ, ਐਸੀ ਗੱਲ ਨਹੀਂ ਹੈਗੀ, ਮਹਿੰਗੀ ਨਹੀਂ ਹੈਗੀ। ਅੱਜ ਕੱਲ ਪਸ਼ੂ ਬਹੁਤ ਕੀਮਤੀ ਹੈਗਾ, ਜੀ। ਤੋ ਇਸ ਕਰਕੇ ਡਰਨ ਦੀ ਲੋੜ ਨਹੀਂ ਹੈਗੀ। ਇੱਕ ਵਾਰ ਜ਼ਰੂਰ ਆਓ, ਉਹ ਤੁਹਾਨੂੰ ਦੱਸੇ ਬਿਨਾ ਕੁਝ ਨਹੀਂ ਕਰ ਦੇਗੇ।
ਉਹ ਤੁਹਾਨੂੰ ਦੱਸ ਕੇ ਹੀ ਇਲਾਜ ਕਰਨਗੇ। ਉਹਨਾਂ ਤੋਂ ਪੁੱਛ ਸਕਦੇ ਆ ਕਿ ਇਸ ਇਲਾਜ ਤੇ ਕੀ ਖਰਚਾ ਆਊਗਾ, ਕੀ ਉਹ ਮੈਨੂੰ ਫਾਇਦਾ ਹੈ ਜਾਂ ਨਹੀਂ ਹੈ, ਤਾਂ ਉਹਦੇ ਹਿਸਾਬ ਨਾਲ ਤੁਸੀਂ ਇਲਾਜ ਕਰਾ ਸਕਦੇ ਆ, ਪਰ ਆਪਣੇ ਡਾਕਟਰ ਨੂੰ ਮਿਲਣ ਤੋਂ ਬਾਅਦ ਆਓ। ਡਾਕਟਰ ਸਾਹਿਬ ਤੁਸੀਂ ਆਪਣਾ ਸੰਪਰਕ ਨੰਬਰ ਜ਼ਰੂਰ ਛੱਡ ਦਿਓ ਤਾਂ ਜੋ ਜੇਕਰ ਸਾਡੇ ਕਿਸਾਨ ਵੀਰ ਕਿਸੇ ਦੀ ਕੋਈ ਸਮੱਸਿਆ ਤਾਂ ਉਹ ਤੁਹਾਡੇ ਨਾਲ ਬਾਅਦ ਦੇ ਵਿੱਚ ਗੱਲਬਾਤ ਕਰ ਸਕੇ। ਹਾਂਜੀ, ਲਿਖ ਸਕਦੇ ਆ, ਨੋਟ ਕਰ ਲਓ 98 158 31 656। ਇੱਕ ਵਾਰ ਫਿਰ ਬੋਲ ਦਿਓ ਜੀ। 98 158 31 656। ਜਦੋਂ ਵੀ ਮੇਰੇ ਕਿਸਾਨ ਵੀਰ ਜ਼ਰੂਰਤ ਪੜੇ ਮੇਰੇ ਨਾਲ ਗੱਲ ਕਰ ਸਕਦੇ ਹੈ। ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਨਾਲ ਅੱਜ ਬਣੇ ਸਨ ਡਾਕਟਰ ਨਰੇਸ਼ ਕੋਸ਼ਰ ਜੀ। ਦੋਸਤੋ, ਇਸ ਪ੍ਰੋਗਰਾਮ ਦੇ ਬਾਬਤ ਜੇਕਰ ਤੁਸੀਂ ਸਾਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਹੋਰ ਪ੍ਰੋਗਰਾਮਾਂ ਦੇ ਬਾਬਤ ਸਾਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਤੁਹਾਨੂੰ ਕੀ ਚੰਗਾ ਲੱਗਿਆ, ਕੀ ਮਾੜਾ ਲੱਗਿਆ, ਤੁਹਾਡੇ ਕੀ ਸਵਾਲ ਨੇ, ਅੱਗੇ ਅਸੀਂ ਕਿਸ ਤਰੀਕੇ ਦੇ ਪ੍ਰੋਗਰਾਮ ਕਰੀਏ, ਉਹਦੇ ਬਾਬਤ ਤੁਸੀਂ ਸਾਨੂੰ ਜਿਹੜੇ ਸੁਝਾਅ ਦੇਣੇ ਨੇ ਉਹ ਸਾਡੀ ਈਮੇਲ ਨੋਟ ਕਰ ਲਓ। ਸਾਡੀ ਈਮੇਲ ਹੈ ਜੀ fmcrs@gndec.ac.in। ਈਮੇਲ ਇੱਕ ਵਾਰ ਦੁਬਾਰਾ ਨੋਟ ਕਰ ਲਓ fmcrs@gndec.ac.in। ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਸਾਰੇ ਸਰੋਤਿਆਂ ਦਾ, ਔਰ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੋ ਮੈਨੂੰ ਕਿਸਾਨਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ, ਔਰ ਮੈਨੂੰ ਇਹ ਖੁਸ਼ੀ ਹੋਊਗੀ ਕਿ ਕਿਸਾਨ ਇਹ ਗੱਲਾਂ ਦੂਜਿਆਂ ਦੇ ਨਾਲ ਸ਼ੇਅਰ ਕਰਨ ਤਾਂ ਜੋ ਕਿਸੇ ਹੋਰ ਦਾ ਫਾਇਦਾ ਵੀ ਹੋ ਸਕੇ। ਧੰਨਵਾਦ ਜੀ।